ਸੋ ਸਤਿਗੁਰ ਮਾਹਿ ਸਮਾਨਾ। ਇਹ ਬਾਣੀ ਜੋ ਜੀਅਹੁ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਸਤਿਗੁਰ ਕੀ ਜਿਸਨੂੰ ਮਤਿ ਆਵੈ, ਸੋ ਸਤਿਗੁਰ ਮਾਹਿ ਸਮਾਨਾ। ਇਹ ਬਾਣੀ ਜੋ ਜੀਅਹੁ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਪਰਮ ਸਨਮਾਨਯੋਗ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਰੱਬੀ ਗਿਆਨ ਦੇ ਮੁਜਸਮੇ ਚਵਰ ਛਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਖਜ਼ੂਰੀ ਅੰਦਰ ਰਾਤਰੀ ਦੇ ਇਸ ਵਿਸ਼ੇਸ਼ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਅਤ ਧੰਨਤਾ ਦੇ ਯੋਗ ਹੋ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁਰਬ ਨੂੰ ਮਨਾਉਂਦਿਆਂ ਅੱਜ ਇਸ ਦੀਵਾਨ ਵਿੱਚ ਹਾਜ਼ਰੀ ਭਰੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਔਰ ਇਤਿਹਾਸ ਵਿੱਚ ਇੱਕ ਗੱਲ ਬੜੀ ਸਾਂਝੀ ਹੈ। ਉਹ ਗੱਲ ਹੈ ਉਸ ਪਰਮਾਤਮਾ ਦੀ, ਉਸ ਮਾਲਕ ਵਾਹਿਗੁਰੂ ਦੀ। ਅਤੇ ਆਪਾਂ ਜਿੰਨਾ ਵੀ ਇਤਿਹਾਸ ਪੜ੍ਹਾਂਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਜ਼ਰੂਰ ਕਰਨਗੇ। ਫਿਰ ਜਦੋਂ ਆਪਾਂ ਹਜ਼ੂਰ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਾਂਗੇ ਅਤੇ ਬਾਣੀ ਵਿੱਚ ਵੀ ਉਸ ਮਾਲਕ ਦਾ ਥਾਂ ਪਰ ਥਾਂ ਜ਼ਰੂਰ ਜ਼ਿਕਰ ਹੋਵੇਗਾ। ਕੋਈ ਐਸਾ ਸ਼ਬਦ ਨਹੀਂ ਜਿਸ ਸ਼ਬਦ ਦੇ ਵਿੱਚ ਉਸ ਸਿਮਰਨ ਦੀ ਗੱਲ ਨਾ ਹੋਵੇ, ਪਰਮਾਤਮਾ ਮੂਲ ਪ੍ਰਭੂ ਦੀ ਗੱਲ ਨਾ ਹੋਵੇ। ਅੱਜ ਇਸ ਦੀਵਾਨ ਅੰਦਰ ਦੋ ਗੱਲਾਂ ਆਪਾਂ ਸਾਂਝੀਆਂ ਕਰਨੀਆਂ ਨੇ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਮਾਲਕ ਵਾਹਿਗੁਰੂ ਦੀ ਮੂਲ ਦੀ ਗੱਲ ਕਰਦੇ ਨੇ, ਅਤੇ ਦੂਜੀ ਗੱਲ ਉਸ ਮੂਲ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰੂ ਦੇ ਰਾਹੀਂ ਕਿਵੇਂ ਹੁੰਦੀ ਹੈ। ਆਪ ਇਕਾਗਰਤਾ ਬਖਸ਼ਿਸ਼ ਕਰਦੇ ਹੋਏ ਸਨਿਮਰ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਾਂ ਗੁਰਬਾਣੀ ਨੂੰ ਪੜ੍ਹਾਂਗੇ ਅਤੇ ਹਰੇਕ ਗੁਰੂ ਸਾਹਿਬਾਨ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਰਾਜ ਦੀ ਬਾਣੀ ਦੀ ਗੱਲ ਕੀਤੀ ਹੈ। ਜੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਪਾਂ ਪੜ੍ਹਦੇ ਹਾਂ
ਤੇ ਹਜ਼ੂਰ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਿ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਤੇ ਹਰ ਰੋਜ਼ ਆਪਾਂ ਸੋਦਰ ਦੀ ਬਾਣੀ ਦੇ ਅੰਦਰ ਪੜ੍ਹਦੇ ਹਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰ ਭਗਤ ਸਾਹਿਬਾਨ ਦੀ ਬਾਣੀ ਵਿੱਚੋਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨ ਮੰਸ। ਸਾਰੇ ਇਹ ਬਾਣੀਕਾਰਾਂ ਨੇ ਉਸ ਮੂਲ ਵਾਹਿਗੁਰੂ ਦੀ ਗੱਲ ਕੀਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੀ ਆਰੰਭਤਾ ਦੇ ਵਿੱਚ ਹੀ ਉਸ ਇੱਕ ਓੰਕਾਰ ਮੂਲ ਤੋਂ ਪ੍ਰਭੂ ਤੋਂ ਗੱਲ ਆਰੰਭ ਕੀਤੀ ਹੈ। ਉਹਨਾਂ ਨੇ ਕੋਈ ਦੁਨਿਆਵੀ ਵਿਚਾਰਧਾਰਾ ਆਪਣੀ ਬਾਣੀ ਦੇ ਅੰਦਰ ਦਰਜ ਨਹੀਂ ਕੀਤੀ। ਇੱਕ ਓੰਕਾਰ ਤੋਂ ਗੱਲ ਹਜ਼ੂਰ ਆਰੰਭ ਕਰਦੇ ਨੇ, ਕਿਉਂਕਿ ਜਦੋਂ ਆਪਾਂ ਉਸ ਵਾਹਿਗੁਰੂ ਨੂੰ ਜਪਣਾ ਹੋਵੇ, ਸਿਮਰਨ ਕਰਨਾ ਹੋਵੇ, ਉਸ ਦੀ ਯਾਦ ਦੇ ਵਿੱਚ ਜੁੜਨਾ ਹੋਵੇ, ਤੇ ਉਸ ਦੀ ਪਛਾਣ ਅਤ ਜ਼ਰੂਰੀ ਹੈ, ਅਤ ਲਾਜ਼ਮੀ ਹੈ। ਜੇ ਉਸ ਪਰਮਾਤਮਾ ਦੀ ਪਛਾਣ ਹੀ ਨਹੀਂ, ਪਤਾ ਹੀ ਨਹੀਂ ਕਿ ਉਹ ਰਸਤਾ ਕਿਹੜਾ ਹੈ, ਉਹ ਘਰ ਕਿਹੜਾ ਹੈ, ਉਹ ਪੌੜੀਆਂ ਕਿਹੜੀਆਂ ਨੇ ਜਿਨ੍ਹਾਂ ਦੇ ਰਾਹੀਂ ਉਸ ਪਰਮਾਤਮਾ ਤੱਕ ਪਹੁੰਚਣਾ ਹੈ, ਤੇ ਉਸ ਵਿਅਕਤੀ ਵਾਲੀ ਹਾਲਤ ਹੋਵੇਗੀ ਜਿਹੜਾ ਘਰੋਂ ਤਾਂ ਚੱਲ ਪਿਆ ਹੈ, ਪਰ ਨਾ ਤਾਂ ਉਸ ਨੂੰ ਰਸਤੇ ਦਾ ਪਤਾ ਹੈ ਤੇ ਨਾ ਆਪਣੀ ਮੰਜ਼ਿਲ ਦਾ ਪਤਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਪ ਬਾਣੀ ਦੇ ਅੰਦਰ ਉਸ ਪਰਮਾਤਮਾ ਦੀ ਗੱਲ, ਉਸ ਦਾ ਸਰੂਪ ਬਿਆਨ ਕੀਤਾ ਹੈ। ਤੇ ਜਿਨ੍ਹਾਂ ਨੇ ਸਰੂਪ ਨੂੰ ਪਛਾਣ ਲਿਆ, ਫਿਰ ਉਹਨਾਂ ਦੀਆਂ ਪੰਕਤੀਆਂ, ਉਹਨਾਂ ਦੀਆਂ ਪੌੜੀਆਂ ਉਚਾਰਨ ਕੀਤੀਆਂ। ਤੇ ਜਿਨ੍ਹਾਂ ਨਹੀਂ ਪਛਾਣਿਆ ਹਜ਼ੂਰ ਨੇ ਉਹਨਾਂ ਦੀਆਂ ਪੌੜੀਆਂ ਵੀ ਉਚਾਰਨ ਕੀਤੀਆਂ। ਤੇ ਮਹਾਰਾਜ ਇੱਕ ਗੱਲ ਅੰਮ੍ਰਿਤ ਬਾਣੀ ਦੇ ਵਿੱਚ ਬਾਰ-ਬਾਰ ਸਮਝਾ ਰਹੇ ਨੇ ਕਿ ਮਨਾ, ਉਹ ਮੂਲ ਵਾਹਿਗੁਰੂ ਤੇਰਾ ਅਸਲਾ ਹੈ, ਤੇ ਉਸ ਅਸਲੇ ਦੇ ਰਾਹ ਤੂੰ ਵਿਛੜ ਗਿਆ ਹੈ। ਆਪਾਂ ਸੰਸਾਰ ਦੇ ਵਿੱਚੋਂ ਕੁਝ ਉਦਾਹਰਨਾਂ ਵੇਖਾਂਗੇ ਤੇ ਸਮਝ ਆਵੇਗਾ ਇਹ ਜੀਵ, ਇਹ ਮਨੁੱਖ ਉਸ ਅਸਲੇ ਦੇ ਨਾਲੋਂ ਕਿਵੇਂ ਟੁੱਟ ਗਿਆ ਹੈ, ਕਿਵੇਂ ਵਿਛੜ ਗਿਆ ਹੈ। ਦਰਿਆ ਪਾਣੀ ਦੇ ਨਾਲ ਭਰਿਆ ਹੋਇਆ ਹੈ। ਦਰਿਆ ਪਾਣੀ ਦੇ ਨਾਲ ਭਰਿਆ ਹੋਇਆ ਜਦੋਂ ਕਿਨਾਰਿਆਂ ਤੋਂ ਉਸ ਦਾ ਪਾਣੀ ਨਿਕਲ ਕੇ ਛੱਪੜ ਦੇ ਵਿੱਚ ਜਾ ਕੇ ਪੈ ਜਾਂਦਾ ਹੈ, ਜਾਂ ਹੋਰ ਥਾਂ 'ਤੇ ਜੋ ਥਾਂ ਨੀਵੀਂ ਹੈ ਉਸ ਥਾਂ 'ਤੇ ਪੈ ਜਾਂਦਾ ਹੈ, ਤੇ ਉਹੀ ਪਾਣੀ ਜਿਹੜਾ ਦਰਿਆ ਦੇ ਵਿੱਚ ਕੱਲ੍ਹ ਨੂੰ ਬੜਾ ਲਹਿਰਾ ਰਿਹਾ ਸੀ, ਬੜਾ ਸੁੰਦਰ ਨਜ਼ਰ ਆ ਰਿਹਾ ਸੀ, ਉਹੀ ਦਰਿਆ ਦਾ ਪਾਣੀ ਅੱਜ ਬਦਬੂ ਮਾਰਨ ਲੱਗ ਪਿਆ ਹੈ। ਤੇ ਸਿਆਣੇ ਉੱਥੇ ਆਉਂਦੇ ਨੇ, ਉੱਥੇ ਡਾਕਟਰ ਆਉਂਦੇ ਨੇ, ਤੇ ਡਾਕਟਰ ਆ ਕੇ ਕਹਿੰਦੇ ਨੇ ਇਸ ਪਾਣੀ ਦੇ ਵਿੱਚੋਂ ਇਹ ਬਦਬੂ ਤਾਂ ਦੂਰ ਹੋਵੇਗੀ ਜਿਸ ਪਾਣੀ ਦੇ ਵਿੱਚ ਆਪਾਂ ਦਵਾਈ ਪਾਵਾਂਗੇ। ਉਹ ਡਾਕਟਰ ਆ ਕੇ ਦਵਾਈ ਪਾਉਂਦੇ ਨੇ, ਕੁਝ ਦਿਨਾਂ ਤੱਕ, ਕੁਝ ਮਹੀਨਿਆਂ ਦੇ ਤੱਕ ਉਹ ਪਾਣੀ ਦੇ ਵਿੱਚੋਂ ਬਦਬੂ, ਉਹ ਗੰਦਗੀ ਦੂਰ ਹੋ ਜਾਂਦੀ ਹੈ, ਪਰ ਫਿਰ ਕੁਝ ਦਿਨਾਂ ਦੇ ਬਾਅਦ ਉਹੀ ਬਦਬੂ ਫਿਰ ਉਸ ਦੇ ਵਿੱਚੋਂ ਆਉਣ ਲੱਗ ਪੈਂਦੀ ਹੈ। ਇਹ ਬਦਬੂ ਆਉਣ ਦਾ ਕਾਰਨ ਦਰਿਆ ਦੇ ਨਾਲੋਂ ਪਾਣੀ ਦਾ ਵਿਛੋੜਾ ਹੈ। ਜੇ ਉਹੀ ਛੱਪੜ ਦਾ ਪਾਣੀ, ਜੇ ਉਹੀ ਟੋਏ ਦਾ ਪਾਣੀ ਦਰਿਆ ਦੇ ਵਿੱਚ ਮਿਲਿਆ ਰਹਿੰਦਾ, ਨਾ ਕਿਸੇ ਡਾਕਟਰ ਨੂੰ ਪਾਣੀ ਦੇ ਵਿੱਚ ਦਵਾਈ ਪਾਉਣ ਦੀ ਲੋੜ ਸੀ, ਤੇ ਨਾ ਉਸ ਦੇ ਵਿੱਚੋਂ ਬਦਬੂ ਆਉਣੀ ਸੀ। ਉਸ ਦਾ ਇਹ ਬਦਬੂ ਕਾਰਨ ਇਹ ਅਸਲ ਦੇ ਵਿੱਚ ਵਿਛੋੜਾ ਹੈ। ਤੇ ਮਹਾਰਾਜ ਜੀ ਬਾਰ-ਬਾਰ ਕਹਿੰਦੇ ਨੇ, ਐ ਜੀਵ ਤੂੰ ਵੀ ਉਸ ਮਾਲਕ ਵਾਹਿਗੁਰੂ ਦੇ ਨਾਲੋਂ ਵਿਛੜ ਚੁੱਕਾ ਹੈ। ਤੇ ਜੇ ਤੇਰਾ ਜੀਵਨ ਵੇਖਿਆ ਜਾਏ ਤੇ ਇਹ ਮਨੁੱਖ ਕਹੇਗਾ ਦਰਿਆ ਦੇ ਨਾਲੋਂ ਵਿਛੜੇ ਹੋਏ ਪਾਣੀ ਦੇ ਵਿੱਚੋਂ ਬਦਬੂ ਆਉਂਦੀ ਹੈ, ਮੈਂ ਉਸ ਪਰਮਾਤਮਾ ਦੇ ਨਾਲੋਂ ਜੇ ਵਿਛੜਿਆ ਹੋਇਆ ਤੇ ਮੇਰੇ ਸਰੀਰ ਦੇ ਵਿੱਚੋਂ, ਮੇਰੇ ਜੀਵਨ ਦੇ ਵਿੱਚੋਂ ਤੇ ਬਦਬੂ ਕੋਈ ਨਹੀਂ ਆਉਂਦੀ। ਮਹਾਰਾਜ ਜੀ ਕਹਿੰਦੇ ਨੇ ਆਉਂਦੀ ਹੈ, ਪਰ ਅਸਲ ਦੇ ਵਿੱਚ ਤੂੰ ਸਮਝਦਾ ਨਹੀਂ, ਕਦੇ ਧਿਆਨ ਨਹੀਂ ਦਿੰਦਾ। ਇਹ ਜੋ ਵਿਕਾਰ ਤੈਨੂੰ ਦਿਨ ਰਾਤ ਤੰਗ ਕਰਦੇ ਨੇ, ਇਹ ਬਦਬੂ ਨਹੀਂ। ਇਹ ਜੋ ਗੁਨਾਹ ਤੈਨੂੰ ਰਾਤ ਨੂੰ ਸੌਣ ਨਹੀਂ ਦਿੰਦੇ, ਮਹਾਰਾਜ ਜੀ ਕਹਿੰਦੇ ਨੇ ਇਹ ਬਦਬੂ ਨਹੀਂ।
ਖਜ਼ੂਰ ਕਹਿੰਦੇ ਨੇ ਉਹ ਦੁਨੀਆ ਦੀ ਹਰੇਕ ਚੀਜ਼ ਬਦਬੂ ਦੀ ਤਰ੍ਹਾਂ ਹੈ ਜਿਸ ਚੀਜ਼ ਨੇ ਤੇਰੇ ਜੀਵਨ ਨੂੰ ਵਿਗਾੜ ਦਿੱਤਾ ਹੈ। ਦੂਜੀ ਉਦਾਹਰਨ ਮਹਾਰਾਜ ਜੀ ਕਹਿੰਦੇ ਨੇ ਆਪਾਂ ਜੇਠ ਹਾੜ ਦੇ ਮਹੀਨੇ ਦੇ ਵਿੱਚ ਵੇਖਦੇ ਹਾਂ ਅਤੇ ਜੇਠ ਹਾੜ ਦੇ ਮਹੀਨੇ ਦੇ ਵਿੱਚ ਆਪਾਂ ਪਿੰਡ ਦੀ ਜੂਹ ਤੋਂ ਬਾਹਰ ਜਾਈਏ, ਸੀਮਾ ਤੋਂ ਬਾਹਰ ਜਾਈਏ, ਸੜਕਾਂ ਦੇ ਉੱਪਰ ਜਾਂ ਪਾਇਆਂ ਦੇ ਉੱਪਰ ਜਾਂ ਆਪਾਂ ਨਹਿਰਾਂ ਦੇ ਕੰਢੇ ਵੇਖਦੇ ਹਾਂ, ਆਪਾਂ ਸੂਇਆਂ ਦੇ ਕੰਢੇ ਵੇਖਦੇ ਹਾਂ, ਨਿਕਾਸੂਆਂ ਦੇ ਕੰਢਿਆਂ 'ਤੇ ਵੇਖਦੇ ਹਾਂ। ਉਸ ਕੰਢਿਆਂ ਦੇ ਉੱਪਰ ਆਪਾਂ ਜਾ ਕੇ ਵੇਖਾਂਗੇ ਕਿ ਛੋਟੇ ਛੋਟੇ ਬੂਟੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਅੱਕ ਦੇ ਬੂਟੇ ਆਖਿਆ ਜਾਂਦਾ। ਅੱਕ ਦੇ ਬੂਟਿਆਂ ਨੂੰ ਜੇਠ ਹਾੜ ਦੇ ਮਹੀਨੇ ਦੇ ਵਿੱਚ ਫਲ ਲੱਗਦੇ ਨੇ ਜਿਨ੍ਹਾਂ ਨੂੰ ਅੰਬਾਖੜੀਆਂ ਆਖਿਆ ਜਾਂਦਾ। ਅੰਬਾਂ ਦੀ ਤਰ੍ਹਾਂ ਆਕਾਰ ਹੋਣ ਦਾ ਕਰਕੇ ਨਾਮ ਉਹਨਾਂ ਦਾ ਅੰਬਾਖੜੀਆਂ ਹੈ। ਬੱਚੇ ਤੁਰੇ ਆਉਂਦੇ ਨੇ ਅਤੇ ਬੱਚੇ ਆ ਕੇ ਉਹਨਾਂ ਅੰਬਾਖੜੀਆਂ ਦੇ ਵੱਲ ਵੇਖ ਕੇ ਬੜਾ ਖੁਸ਼ ਹੁੰਦੇ ਨੇ, ਬਹੁਤ ਪ੍ਰਸੰਨ ਹੁੰਦੇ ਨੇ ਕਿ ਅੰਬਾਂ ਦੀ ਤਰ੍ਹਾਂ ਇਹ ਫਲ ਲੱਗੇ ਹੋਏ ਨੇ, ਫਲਾਂ ਨੂੰ ਤੋੜਾਂਗੇ ਅਤੇ ਤੋੜ ਕੇ ਇਹਨਾਂ ਦਾ ਰਸ ਮਾਣ ਕੇ ਤ੍ਰਿਪਤ ਹੋ ਜਾਵਾਂਗੇ। ਪਰ ਮਹਾਰਾਜ ਜੀ ਕਹਿੰਦੇ ਨੇ ਬੱਚਿਆਂ ਨੇ ਉਹਨਾਂ ਅੰਬਾਖੜੀਆਂ ਨੂੰ ਡਾਲੀ ਦੇ ਨਾਲੋਂ ਤੋੜਿਆ, ਟਹਿਣੀ ਦੇ ਨਾਲੋਂ ਤੋੜਿਆ। ਜਦੋਂ ਉਹਨਾਂ ਨੇ ਤੋੜਨ ਦਾ ਯਤਨ ਕੀਤਾ, ਖਾਣ ਦਾ ਯਤਨ ਕੀਤਾ, ਅਤੇ ਅੰਬਾਖੜੀਆਂ ਦੇ ਵਿੱਚੋਂ ਰਸ ਕੋਈ ਨਹੀਂ ਮਿਲਿਆ, ਉਸ ਦੇ ਵਿੱਚ ਗੁੱਦਾ ਰੂੰ ਭਰਿਆ ਹੋਇਆ ਸੀ। ਜਦੋਂ ਅੰਬਾਖੜੀਆਂ ਨੂੰ ਫੜ ਕੇ ਉਹਨਾਂ ਨੇ ਹਵਾ ਦੇ ਵਿੱਚ ਉਡਾਇਆ, ਤੂੰਬਾ ਤੂੰਬਾ ਕਰਕੇ ਅੰਬਾਖੜੀ ਸਾਰੀ ਉੱਡ ਗਈ, ਖਤਮ ਹੋ ਗਈ। ਅਤੇ ਮਹਾਰਾਜ ਜੀ ਕਹਿੰਦੇ ਨੇ ਜਿੰਨਾ ਚਿਰ ਤੱਕ ਉਹ ਅੰਬਾਖੜੀ ਆਪਣੇ ਮੂਲ ਦੇ ਨਾਲ ਜੁੜੀ ਹੋਈ ਸੀ, ਅੱਕ ਦੇ ਬੂਟੇ ਦੇ ਨਾਲ ਜੁੜੀ ਹੋਈ ਸੀ, ਉਹਨਾਂ ਚਿਰ ਤਾਂ ਵੇਖਣ ਨੂੰ ਸੋਹਣੀ ਵੀ ਲੱਗ ਰਹੀ ਸੀ, ਸੁੰਦਰ ਵੀ ਜਾਪ ਰਹੀ ਸੀ, ਅਤੇ ਬੱਚੇ ਵੇਖ ਕੇ ਖੁਸ਼ ਵੀ ਹੋ ਰਹੇ ਸਨ, ਪ੍ਰਸੰਨ ਵੀ ਹੋ ਰਹੇ ਸਨ। ਜਦੋਂ ਹੀ ਆਪਣੀ ਡਾਲੀ ਦੇ ਨਾਲ ਉਹ ਅੰਬਾਖੜੀ ਟੁੱਟ ਗਈ ਅਤੇ ਮਹਾਰਾਜ ਜੀ ਕਹਿੰਦੇ ਨੇ ਉਸ ਦੀ ਸੁੰਦਰਤਾ ਚਲੀ ਗਈ, ਵੇਖਣ ਵਾਲੇ ਦੀ ਪ੍ਰਸੰਨਤਾ ਅਤੇ ਖੁਸ਼ੀ ਵੀ ਚਲੀ ਗਈ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਉਦਾਹਰਨ ਦਿੱਤੀ ਹੈ ਕਿ ਖੱਖੜੀਆਂ ਸੁਹਾਵੀਆਂ, ਲਗੜੀਆਂ ਅਕ ਕੰਠ, ਨਾਨਕ ਬਿਰਹਾ ਵਿਛੋੜਾ ਧਣੀ ਸਿਉ, ਨਾਨਕ ਸਹਿ ਸਹਿ ਕੰਠ। ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਵੱਲ ਆਈਏ ਅਤੇ ਬਾਬਾ ਕਬੀਰ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਤੋਂ ਜਾਂ ਉਸ ਕਸਵੱਟੀ ਤੋਂ ਪਰੇ ਨਹੀਂ ਜਾਂਦੇ, ਉਲਾਂਭੇ ਨਹੀਂ ਹਟਦੇ। ਉਹ ਕਹਿੰਦੇ ਨੇ ਕਦੇ ਆਪ ਜੀ ਸਮੁੰਦਰ ਦੇ ਕਿਨਾਰੇ ਜਾਇਓ ਅਤੇ ਸਾਗਰ ਦੇ ਕਿਨਾਰੇ ਜਾ ਕੇ ਵੇਖਣਾ ਲਹਿਰਾਂ ਬਾਹਰ ਨੂੰ ਉਛਾਲੇ ਮਾਰਦੀਆਂ ਨੇ, ਅਤੇ ਲਹਿਰਾਂ ਦੇ ਨਾਲ ਕਈ ਵਾਰ ਸਮੁੰਦਰ ਦੇ ਵਿੱਚੋਂ ਸਿੱਪੀਆਂ, ਕਈ ਵਾਰ ਉਸ ਦੇ ਵਿੱਚੋਂ ਸ਼ੰਖ ਬਾਹਰ ਨਿਕਲਦੇ ਨੇ। ਅਤੇ ਵੇਖਣ ਵਾਲਾ ਜਦੋਂ ਕੋਈ ਫਿਲਾਸਫਰ ਆਉਂਦਾ ਹੈ, ਕੋਈ ਵਿਦਵਾਨ ਹੁੰਦਾ ਹੈ, ਅਤੇ ਉਸ ਸ਼ੰਖ ਨੂੰ ਵੇਖ ਕੇ ਕਹਿੰਦਾ ਕਿ ਬੜਾ ਤੇਰੇ ਨਾਲ ਮਾੜਾ ਇਹ ਕਰਮ ਹੋਇਆ ਹੈ। ਉਹ ਅੱਗੋਂ ਸਵਾਲ ਕਰਦਾ ਮੇਰੇ ਨਾਲ ਮਾੜਾ ਕਰਮ ਕਿਵੇਂ ਹੋ ਗਿਆ? ਉਹ ਵਿਦਵਾਨ ਕਹਿੰਦਾ ਹੈ ਕਿ ਜਿੰਨਾ ਚਿਰ ਤੱਕ ਤੂੰ ਇਸ ਸਮੁੰਦਰ ਦੇ ਵਿੱਚ ਪਿਆ ਹੋਇਆ ਸਾਂ ਜਾਂ ਇਸ ਦੇ ਵਿੱਚ ਟਿਕਿਆ ਹੋਇਆ ਸਾਂ ਤਾਂ ਤੈਨੂੰ ਕੋਈ ਦੁੱਖ ਨਹੀਂ ਸੀ। ਜਦੋਂ ਸਮੁੰਦਰ ਦੇ ਨਾਲੋਂ ਵਿਛੜ ਗਿਆ, ਕੋਈ ਬ੍ਰਾਹਮਣ ਆਇਆ, ਕੋਈ ਪੰਡਿਤ ਆਇਆ, ਕੋਈ ਧਾਰਮਿਕ ਬੰਦਾ ਆਇਆ ਜਾਂ ਕੋਈ ਹਿੰਦੂ ਵੀਰ ਆਇਆ, ਉਸੇ ਸ਼ੰਖ ਨੂੰ ਕਿਨਾਰੇ ਤੋਂ ਫੜ ਕੇ ਜਦੋਂ ਮੰਦਰ ਦੇ ਵਿੱਚ ਲੈ ਕੇ ਚਲਾ ਜਾਂਦਾ ਹੈ, ਉਸ ਮੰਦਰ ਨੂੰ ਦਿਨੇ ਰਾਤ ਫਿਰ ਵਜਾਇਆ ਜਾਂਦਾ ਹੈ, ਫੂਕਿਆ ਜਾਂਦਾ ਹੈ, ਉਹ ਧਾਹਾਂ ਮਾਰਦਾ ਹੈ। ਅਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਜਦੋਂ ਸਮੁੰਦਰ ਦੇ ਵਿੱਚ ਪਿਆ ਹੋਇਆ ਸੀ, ਨਾ ਉਦੋਂ ਧਾਹਾਂ ਮਾਰਦਾ ਸਾਂ, ਨਾ ਤੈਨੂੰ ਕੋਈ ਤੰਗ ਕਰਦਾ ਸੀ। ਇਸ ਕਰਕੇ ਇਹ ਇਨਸਾਨ, ਇਹ ਗੱਲ ਸ਼ੰਖ ਦੀ ਨਹੀਂ, ਇਹ ਗੱਲ ਤੇਰੀ ਹੈ। ਤੂੰ ਉਸ ਮੂਲ ਰੂਪ ਸਮੁੰਦਰ ਦੇ ਨਾਲ ਜੁੜਿਆ ਹੋਇਆ ਸਾਂ, ਜਦੋਂ ਉਸ ਪਰਮਾਤਮਾ ਦੇ ਨਾਲ ਵਿਛੜ ਗਿਆ, ਹੁਣ ਤੇਰੇ ਜੀਵਨ ਦੇ ਵਿੱਚੋਂ ਵੀ ਉਸ ਧਾਹਾਂ ਵਾਂਗ ਇਹ ਮਹਾਰਾਜ ਜੀ ਕਹਿੰਦੇ ਨੇ ਵਿਕਾਰ ਨਜ਼ਰ ਆ ਰਹੇ ਨੇ। ਅਤੇ ਬਾਬਾ ਜੀ ਕਹਿੰਦੇ ਨੇ ਕਬੀਰ ਰਾਇ ਨਾਇਰ ਵਿਛੋਰਿਆ ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਤਾਹੜੀ ਦਿਸ ਹੈ ਉਗਵਤ ਸੂਰ। ਆਪਾਂ ਭਾਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪੁਰਬ ਮਨਾ ਰਹੇ ਹਾਂ ਅਤੇ ਉਹਨਾਂ ਦੀ ਬਾਣੀ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਮੂਲ ਦੀ ਗੱਲ ਕੀਤੀ ਹੈ, ਇੱਕ ਓਅੰਕਾਰ ਦੀ ਗੱਲ ਕੀਤੀ ਹੈ। ਇੱਕ ਓਅੰਕਾਰ ਨੂੰ ਸਮਝਣ ਤੋਂ ਬਿਨਾਂ ਇਹ ਜੀਵਨ ਸਫਲ ਨਹੀਂ।
ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਨਾਇਆ ਹੋਇਆ ਇਹ ਪੁਰਬ ਸਫਲ ਨਹੀਂ। ਜੇ ਉਹਨਾਂ ਦੇ ਜੀਵਨ ਨੂੰ ਵਾਚਣਾ ਹੈ, ਜੇ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਮਨਾਉਣਾ ਹੈ ਜਾਂ ਉਪਦੇਸ਼ਾਂ ਨੂੰ ਸਮਝਣਾ ਹੈ, ਤੇ ਸਭ ਤੋਂ ਪਹਿਲਾਂ ਇੱਕ ਓੰਕਾਰ ਨੂੰ ਸਮਝਣਾ ਜ਼ਰੂਰੀ ਹੈ, ਲਾਜ਼ਮੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਪਰਮਾਤਮਾ ਨੂੰ ਇੱਕ ਓੰਕਾਰ ਕਹਿ ਰਹੇ ਨੇ, ਉਸੇ ਨੂੰ ਥਾਂ ਪਰ ਥਾਂ ਮੁਰਾਰੀ ਕਿਹਾ ਗਿਆ, ਉਸੇ ਨੂੰ ਕਰਤਾਰ ਕਿਹਾ ਗਿਆ, ਉਸੇ ਨੂੰ ਵਾਹਿਗੁਰੂ ਕਿਹਾ ਗਿਆ, ਉਸੇ ਨੂੰ ਗੋਬਿੰਦ ਆਖਿਆ ਗਿਆ, ਉਸੇ ਪਰਮਾਤਮਾ ਨੂੰ ਗੋਪਾਲ ਕਿਹਾ ਗਿਆ, ਉਸੇ ਪਰਮਾਤਮਾ ਨੂੰ ਰਾਮ, ਉਸੇ ਨੂੰ ਕ੍ਰਿਸ਼ਨ ਕਿਹਾ ਗਿਆ ਹੈ। ਇੱਕ ਓੰਕਾਰ ਨੂੰ ਸਮਝ ਲਈਏ ਤਾਂ ਸਾਰੀ ਗੁਰਬਾਣੀ ਦੀ ਵਿਆਖਿਆ ਆਪਣੇ ਆਪ ਹੋ ਜਾਵੇਗੀ। ਇੱਕ ਓੰਕਾਰ ਸਾਡੇ ਜੀਵਨ ਦਾ ਮੂਲ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਐ ਇਨਸਾਨ ਕਈ ਜੀਵਾਂ ਦੇ ਵੱਲ ਝਾਤ ਮਾਰਦੇ ਹਾਂ, ਰਾਤ ਨੂੰ ਉਹ ਜੀਵ ਵਿਛੜ ਜਾਂਦੇ ਨੇ, ਫਿਰ ਥੋੜ੍ਹਾ ਜਿਹਾ ਉਜਾਲਾ ਹੁੰਦਾ ਹੈ, ਰੌਸ਼ਨੀ ਹੁੰਦੀ ਹੈ, ਪ੍ਰਭਾਤ ਵੇਲਾ ਹੁੰਦਾ ਹੈ, ਅਤੇ ਉਹ ਜੀਵ ਵਿੱਚ ਆਪਸ ਦੇ ਵਿੱਚ ਮਿਲ ਜਾਂਦੇ ਨੇ। ਪਰ ਐ ਮਨੁੱਖ, ਤੂੰ ਤੇ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਉਸ ਮਾਲਕ ਦੇ ਨਾਲੋਂ ਵਿਛੜਿਆ ਹੋਇਆ, ਪਰ ਤੇਰਾ ਇਹ ਵੀ ਕੋਈ ਭਰੋਸਾ ਨਹੀਂ, ਕੋਈ ਯਕੀਨ ਨਹੀਂ ਕਿ ਤੂੰ ਕਦੋਂ ਉਸ ਪਰਮਾਤਮਾ ਦੇ ਨਾਲ ਮਿਲਣਾ ਹੈ। ਉਹਨਾਂ ਨੇ ਇੱਕ ਬੜੀ ਸੁੰਦਰ ਉਦਾਹਰਨ ਦਿੱਤੀ। ਜਦੋਂ ਆਪਾਂ ਬਾਬਾ ਕਬੀਰ ਸਾਹਿਬ ਜੀ ਦੇ ਸਲੋਕਾਂ ਨੂੰ ਪੜ੍ਹਦੇ ਹਾਂ, ਅਤੇ ਉਹਨਾਂ ਸਲੋਕਾਂ ਦੇ ਵਿੱਚ ਦੋ ਜੀਵਾਂ ਦਾ ਜ਼ਿਕਰ ਆਇਆ। ਇੱਕ ਦਾ ਨਾਮ ਹੈ ਚੱਕਵੀ ਅਤੇ ਦੂਜੇ ਜੀਵ ਦਾ ਨਾਮ ਹੈ ਚੱਕਵਾ। ਉਹ ਕਹਿੰਦੇ ਨੇ, ਭਾਵੇਂ ਕਿ ਮੰਨਿਆ ਜਾਂਦਾ ਹੈ ਕਿ ਰਾਮ ਚੰਦਰ ਜੀ ਦੀ ਸ਼ਰਾਪ ਦੇ ਨਾਲ ਇਹ ਜਿਹੜੇ ਜੀਵ ਨੇ ਇਹ ਵਿਛੜ ਗਏ। ਰਾਤ ਦਾ ਹਨੇਰਾ ਹੁੰਦਾ ਹੈ, ਅਤੇ ਚੱਕਵਾ ਅਤੇ ਚੱਕਵੀ ਝੀਲਾਂ ਦੇ ਕਿਨਾਰੇ, ਦਰਿਆਵਾਂ ਦੇ ਕਿਨਾਰੇ, ਨਹਿਰਾਂ ਦੇ ਕਿਨਾਰੇ ਇਹ ਆਮ ਤੌਰ 'ਤੇ ਨਜ਼ਰ ਆਉਂਦੇ ਨੇ। ਅਤੇ ਇਹਨਾਂ ਦੀ ਬਦਕਿਸਮਤੀ ਹੈ, ਜਦੋਂ ਹੀ ਅੰਧਕਾਰ ਹੋਵੇ, ਹਨੇਰਾ ਹੋਵੇ, ਅਤੇ ਚੱਕਵਾ ਇੱਕ ਕਿਨਾਰੇ 'ਤੇ ਹੁੰਦਾ ਹੈ ਅਤੇ ਦੂਜੇ ਕਿਨਾਰੇ 'ਤੇ ਚੱਕਵੀ ਹੁੰਦੀ ਹੈ। ਦੋਨੇ ਰਾਤ ਨੂੰ ਮਿਲਣ ਦੇ ਵਾਸਤੇ ਤੜਫਦੇ ਨੇ, ਪਰ ਪਤਾ ਨਹੀਂ ਲੱਗਦਾ ਕਿ ਚੱਕਵਾ ਕਿੱਥੇ ਹੈ, ਚੱਕਵੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਚੱਕਵੀ ਕਿੱਥੇ ਹੈ। ਇਹ ਆਪਸ ਦੇ ਵਿੱਚ ਮਿਲਣ ਦੇ ਕਰਕੇ ਤੜਫਦੇ ਨੇ। ਅਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਉਜਾਲਾ ਹੋਇਆ, ਪ੍ਰਭਾਤ ਵੇਲਾ ਹੋਇਆ, ਅਤੇ ਇਹਨਾਂ ਦਾ ਮਿਲਾਪ ਹੋ ਗਿਆ। ਪਰ ਐ ਮਨੁੱਖ, ਤੇਰਾ ਕੋਈ ਭਰੋਸਾ ਨਹੀਂ, ਤੇਰੇ ਜੀਵਨ ਦੇ ਵਿੱਚ ਪ੍ਰਭਾਤ ਵੇਲਾ ਕਦੋਂ ਆਉਣਾ ਹੈ। ਕਬੀਰ ਚੱਕਈ ਜੌਨਿਸ ਵਿਛੁਰੈ, ਆਏ ਮਿਲੈ ਪ੍ਰਭਾਤ, ਜੋ ਨਰ ਵਿਛੁਰੇ ਰਾਮ ਸਿਉ, ਨਾ ਦਿਨ ਮਿਲੇ ਨਾ ਰਾਤ। ਉਸ ਪਰਮਾਤਮਾ ਦੇ ਨਾਲ ਮਿਲਾਪ ਪ੍ਰਾਪਤ ਕਰਨਾ ਕਿਉਂ ਜ਼ਰੂਰੀ ਹੈ, ਕਿਉਂ ਲਾਜ਼ਮੀ ਹੈ? ਕਿਉਂਕਿ ਇਹ ਬੰਦਾ ਕਹਿ ਸਕਦਾ ਹੈ ਕਿ ਸੰਸਾਰ ਦੇ ਵਿੱਚ ਬਹੁਤ ਆਨੰਦ ਹੈ, ਬਹੁਤ ਸੁੱਖ ਹੈ, ਪਰ ਮਹਾਰਾਜ ਜੀ ਕਹਿੰਦੇ ਨੇ, ਇਹ ਜੋ ਥੋੜ੍ਹੇ ਚਿਰਾਂ ਤੂੰ ਸੁੱਖ ਪ੍ਰਾਪਤ ਕਰ ਰਿਹਾ ਹੈ ਜਾਂ ਮੰਨ ਰਿਹਾ ਜਾਂ ਸਮਝ ਰਿਹਾ, ਅਸਲ ਦੇ ਵਿੱਚ ਉੱਤੋਂ ਇਹ ਪਦਾਰਥ ਸੁੱਖ ਦਾ ਰੂਪ ਨਜ਼ਰ ਆ ਰਹੇ ਨੇ। ਪਰ ਜਿਸ ਦਿਨ ਇਹਨਾਂ ਪਦਾਰਥਾਂ ਦੀ ਅਸਲੀਅਤ ਸਮਝ ਆਏਗੀ, ਉਸੇ ਦਿਨ ਇਸ ਤਰ੍ਹਾਂ ਲੱਗੇਗਾ ਕਿ ਇਹ ਪਦਾਰਥ ਵੀ ਦੁੱਖ ਦੇ ਨਾਲ ਭਰੇ ਹੋਏ ਨੇ। ਇਹ ਜੋ ਖੇੜਾ ਨਜ਼ਰ ਆ ਰਿਹਾ ਹੈ, ਜੋ ਵਿਕਾਸ, ਜੋ ਖੁਸ਼ੀ ਨਜ਼ਰ ਆ ਰਹੀ ਹੈ, ਇਹ ਵੀ ਕੁਝ ਸਮੇਂ ਦੇ ਵਾਸਤੇ ਹੈ। ਇਹ ਵੀ ਇੱਕ ਦਿਨ ਮਹਾਰਾਜ ਜੀ ਕਹਿਣਗੇ ਕਿ ਖਤਮ ਹੋ ਜਾਵੇਗਾ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਨਾਲ ਇੱਕ ਦ੍ਰਿਸ਼ਟਾਂਤ ਵੀ ਹੈ, ਸਾਖੀ ਵੀ ਹੈ। ਸਲੋਕ ਵਾਰਾਂ ਤੇ ਵਧੀਕ ਆਪਾਂ ਬਾਣੀ ਨੂੰ ਪੜ੍ਹਦੇ ਹਾਂ। ਅਤੇ ਆਪ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਰਵਣ ਕਰ ਰਹੇ ਹੋ। ਅਤੇ ਪਰਸੋਂ ਜਿਸ ਦਿਨ ਨੂੰ ਭੋਗ ਪੈਣਾ ਹੈ, ਸਲੋਕ ਵਾਰਾਂ ਤੇ ਵਧੀਕ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਇਹ ਸ਼ਬਦ, ਇਹ ਬੋਲ ਜ਼ਰੂਰ ਆਪ ਜੀ ਸਰਵਣ ਕਰੋਗੇ। ਮਹਾਰਾਜ ਜੀ ਕਹਿੰਦੇ ਨੇ ਕਿ ਉਦਾਸੀ ਕਰਦਿਆਂ, ਯਾਤਰਾ ਕਰਦਿਆਂ ਕਰਦਿਆਂ ਅੱਜ ਇੱਕ ਸਰੋਵਰ 'ਤੇ ਪਹੁੰਚੇ। ਸਰੋਵਰ 'ਤੇ ਪਹੁੰਚ ਕੇ ਅੱਜ ਸੱਚੀ ਸਰਕਾਰ ਨੇ, ਮਹਾਰਾਜ ਜੀ ਨੇ ਸਰੋਵਰ ਦੇ ਕੰਢੇ ਵੇਖਿਆ ਹਰੇ ਰੰਗ ਦਾ ਘਾਹ ਉੱਗਿਆ ਹੋਇਆ, ਅਤੇ ਸਰੋਵਰ ਦੇ ਵਿੱਚ ਪਾਣੀ ਜਿਹੜਾ ਵੇਖ ਰਹੇ ਨੇ, ਹਵਾ ਆ ਰਹੀ ਹੈ ਅਤੇ ਪਾਣੀ ਉਹ ਲਹਿਰਾ ਰਿਹਾ ਹੈ। ਅਤੇ ਉਸ ਸਰੋਵਰ ਦੇ ਵਿੱਚ ਕਮਲ ਦੇ ਫੁੱਲ ਉੱਗੇ ਹੋਏ ਨੇ। ਕਮਲ ਦੇ ਜਿਹੜੇ ਫੁੱਲ ਨੇ ਸੁਨਹਿਰੀ ਰੰਗ ਦੇ ਨੇ, ਸੋਨੇ ਰੰਗੇ ਨੇ, ਅਤੇ ਆਸ-ਪਾਸ ਉਸਦੇ ਲੋਕ ਬੈਠੇ ਹੋਏ ਨੇ ਜਿਹੜੇ ਵਾਤਾਵਰਨ ਦੇ ਚਾਹਵਾਨ ਨੇ, ਇੱਛੁਕ ਨੇ।
ਸੁੰਦਰ ਵਾਤਾਵਰਨ ਨੂੰ, ਰਮਣੀਕ ਜਗ੍ਹਾ ਨੂੰ ਜਿਹੜੇ ਪਸੰਦ ਕਰਦੇ ਨੇ। ਤੇ ਕਈ ਲੋਕ ਇਸ ਤਰ੍ਹਾਂ ਦੇ ਉੱਥੇ ਆ ਕੇ ਬੈਠੇ ਹੋਏ ਸਨ, ਜਿਨ੍ਹਾਂ ਨੇ ਇਹ ਸਮਝਿਆ ਸੀ 1 ਘੰਟੇ ਵਾਸਤੇ ਜਾਵਾਂਗੇ, 1 ਪਹਿਰ ਵਾਸਤੇ ਉੱਥੇ ਜਾਵਾਂਗੇ ਤੇ ਉੱਥੋਂ ਸਮਾਂ ਗੁਜ਼ਾਰ ਕੇ ਵਾਤਾਵਰਨ ਦਾ ਆਨੰਦ ਲੈ ਕੇ ਵਾਪਸ ਘਰ ਨੂੰ ਆ ਜਾਵਾਂਗੇ। ਸਵੇਰ ਦੇ ਗਏ ਹੋਏ ਨੇ, ਜਾ ਕੇ ਬੈਠੇ ਹੋਏ ਨੇ, ਚੇਤਾ ਭੁੱਲ ਗਿਆ ਕਿ ਕਿਰਤਕਾਰ ਕਰਨੀ ਹੈ ਜਾਂ ਕੰਮਕਾਰ ਕਰਨਾ ਹੈ ਜਾਂ ਘਰ ਜਾਣਾ ਹੈ। ਮਨ ਦੇ ਵਿੱਚੋਂ ਇਹ ਵਿਚਾਰ, ਇਹ ਖਿਆਲ ਹੀ ਉੱਡ ਗਏ, ਚਲੇ ਗਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ ਨੇ, ਮਹਾਰਾਜ ਸਰੋਵਰ ਬੜੇ ਵੇਖੇ, ਝੀਲਾਂ ਬੜੀਆਂ ਵੇਖੀਆਂ, ਦਰਿਆ ਬੜੇ ਵੇਖੇ, ਬਹੁਤ ਆਪਾਂ ਥਾਂ ਵੇਖੇ ਨੇ, ਪਰ ਇਸ ਤਰ੍ਹਾਂ ਦੀ ਰਮਣੀਕ ਜਗ੍ਹਾ, ਇਸ ਤਰ੍ਹਾਂ ਦੀ ਸੁੰਦਰ ਥਾਂ ਅੱਜ ਪਹਿਲੀ ਵਾਰ ਵੇਖੀ ਹੈ। ਤੇ ਮੇਰਾ ਇਹ ਦਿਲ ਕਰਦਾ ਹੈ, ਮੇਰਾ ਚਿੱਤ ਕਰਦਾ ਹੈ ਕਿ ਕੁਝ ਦਿਨ, ਕੁਝ ਮਹੀਨੇ ਟਿਕ ਕੇ ਇੱਥੇ ਆਪਾਂ ਵਾਤਾਵਰਨ ਦਾ ਆਨੰਦ ਮਾਣੀਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਗਤ ਜਲੰਦੇ ਨੂੰ ਤਾਰਨ ਵਾਸਤੇ ਤੁਰੇ ਹੋਏ ਆ, ਤੇ ਜੇ ਇੱਥੇ ਆਪਾਂ ਕੁਝ ਮਹੀਨੇ, ਕੁਝ ਦਿਨ ਟਿਕ ਗਏ ਤਾਂ ਅੱਗੇ ਜਾਣਾ ਮੁਸ਼ਕਿਲ ਹੋ ਜਾਵੇਗਾ। ਇਸ ਕਰਕੇ ਜਾਣਾ ਜ਼ਰੂਰੀ ਹੈ। ਮਹਾਰਾਜ ਜੀ ਕਹਿ ਕੇ ਤੁਰ ਪਏ ਨੇ ਕਿ ਫਿਰ ਸਮਾਂ ਆਏਗਾ, ਫਿਰ ਦੁਬਾਰਾ ਵਾਪਸ ਇੱਥੇ ਆ ਜਾਵਾਂਗੇ। ਭਾਈ ਮਰਦਾਨਾ ਜੀ ਦਾ ਚਿੱਤ ਨਹੀਂ ਕਰ ਰਿਹਾ, ਫਿਰ ਵੀ ਸੱਚੀ ਸਰਕਾਰ ਉੱਥੋਂ ਚੱਲ ਪਏ। ਅੱਜ ਜਦੋਂ ਕੁਝ ਮਹੀਨੇ ਗੁਜ਼ਰ ਗਏ, ਬੀਤ ਗਏ, ਤੇ ਭਾਈ ਮਰਦਾਨਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਨੇ, ਮਹਾਰਾਜ ਉਹ ਜਿਹੜਾ ਵਾਤਾਵਰਨ ਦਾ ਆਨੰਦ ਆਪਾਂ ਮਾਣਿਆ ਸੀ, ਫਿਰ ਕਿਤੇ ਉਹ ਦੁਬਾਰਾ ਆਨੰਦ ਪ੍ਰਾਪਤ ਨਹੀਂ ਹੋਇਆ। ਤੇ ਕਿਉਂ ਨਾ ਆਪਾਂ ਫਿਰ ਉਹ ਸਰੋਵਰ ਦੇ ਕੰਢੇ ਤੇ ਜਾ ਕੇ ਵੇਖੀਏ, ਕਿੰਨੇ ਉਹ ਸੁੰਦਰ ਕਮਲ ਦੇ ਫੁੱਲ ਉੱਗੇ ਹੋਏ ਸਨ, ਹਵਾ ਚੱਲਦੀ ਸੀ, ਉਹ ਸੁਨਹਿਰੀ ਰੰਗ ਦੇ ਕਮਲ ਦੇ ਫੁੱਲ ਪਾਣੀ ਦੇ ਦੂਜੇ ਪਾਸੇ ਆ ਕੇ ਟਕਰਾ ਰਹੇ ਸਨ, ਛੂਹ ਰਹੇ ਸਨ। ਹਵਾ ਕਈ ਵਾਰ ਦੂਜੇ ਪਾਸਿਓਂ ਚੱਲਦੀ ਸੀ ਤੇ ਉਹ ਕਮਲ ਦੇ ਫੁੱਲ ਦੂਜੇ ਪਾਸੇ ਆ ਕੇ ਟਕਰਾ ਰਹੇ ਸਨ। ਬੜਾ ਸੁੰਦਰ ਉਹ ਵਾਤਾਵਰਨ ਸੀ। ਭੌਰੇ ਆ ਰਹੇ ਸਨ ਮਹਾਰਾਜ, ਭੌਰੇ ਉਸ ਦੇ ਦੁਆਲੇ ਗੁੰਜਾਰ ਪਾ ਰਹੇ ਸਨ, ਉਹਨਾਂ ਫੁੱਲਾਂ ਦਾ ਰਸ ਮਾਣ ਰਹੇ ਸਨ। ਕਿਉਂ ਨਾ ਉੱਥੇ ਜਾ ਕੇ ਫਿਰ ਵਾਤਾਵਰਨ ਦਾ ਆਨੰਦ ਮਾਣਿਆ ਜਾਏ। ਮਹਾਰਾਜ ਜੀ ਭਾਈ ਮਰਦਾਨਾ ਜੀ ਦੀ ਇਸ ਇੱਛਾ ਨੂੰ ਪੂਰੀ ਕਰਨ ਵਾਸਤੇ ਫਿਰ ਉਸੇ ਰਸਤੇ ਦੇ ਰਾਹੀਂ ਗੁਜ਼ਰਦੇ ਹੋਏ ਉਸ ਸਰੋਵਰ ਦੇ ਕੰਢੇ ਦੇ ਕੋਲ ਆ ਕੇ ਖਲੋ ਗਏ। ਪਰ ਵੇਖ ਕੇ ਹੈਰਾਨ ਇਸ ਗੱਲੋਂ ਹੋਏ ਕਿ ਵਾਤਾਵਰਨ ਉੱਥੇ ਉਸ ਤਰ੍ਹਾਂ ਦਾ ਨਹੀਂ ਹੈ। ਜਿਹੜਾ ਹਰੇ ਰੰਗ ਦਾ ਘਾਹ ਸੀ ਉੱਜੜ ਗਿਆ ਹੈ। ਜਿਹੜੇ ਸਰੋਵਰ ਦੇ ਵਿੱਚ ਕਮਲ ਦੇ ਫੁੱਲ ਉੱਗੇ ਹੋਏ ਸਨ, ਉਹ ਫੁੱਲ ਨਜ਼ਰ ਨਹੀਂ ਆ ਰਹੇ, ਪਾਣੀ ਕਿਤੇ ਨਜ਼ਰ ਨਹੀਂ ਆ ਰਿਹਾ, ਲੋਕ ਉੱਥੇ ਨਜ਼ਰ ਨਹੀਂ ਆ ਰਹੇ, ਗੁੰਜਾਰ ਪਾਉਣ ਵਾਲੇ ਭੌਰੇ ਨਜ਼ਰ ਨਹੀਂ ਆ ਰਹੇ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਐ ਸਰੋਵਰ ਤੈਨੂੰ ਕੀ ਹੋ ਗਿਆ? ਵਾਤਾਵਰਨ ਤੇਰਾ ਇੰਨਾ ਜ਼ਿਆਦਾ ਰਮਣੀਕ ਤੇ ਸੁੰਦਰ ਸੀ, ਤੂੰ ਪਾਣੀ ਦੇ ਨਾਲ ਭਰਿਆ ਹੋਇਆ ਸਾਂ, ਪਰ ਪਾਣੀ ਤੇਰੇ ਵਿੱਚੋਂ ਸੁੱਕ ਗਿਆ। ਪਰ ਇੱਕ ਗੱਲ ਦੀ ਸਮਝ ਨਹੀਂ ਆਈ, ਤੇਰੀ ਇਹ ਮਿੱਟੀ ਕਾਲੀ ਕਿਉਂ ਹੋ ਗਈ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਰੋਵਰ ਨੂੰ ਸਵਾਲ ਕੀਤਾ। ਕਹਿਣ ਲੱਗੇ, ਪੱਬਰ ਤੂੰ ਖਰੀਆ ਵਲਾ ਕਵਲਾ ਕੰਚਨ ਵਨ ਕਹਿ ਦੁਖੜਾ ਸੜਿਓ ਹੈ, ਕਾਲੀ ਹੋਈਆ ਦੇ ਹੋਈ। ਤੇ ਅੱਗੋਂ ਪੱਬਰ ਉਹ ਸਰੋਵਰ ਸਵਾਲ ਦਾ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਹੇ ਨਾਨਕ, ਮੇਰਾ ਪਾਣੀ ਦੇ ਨਾਲੋਂ ਜਿਸ ਦਿਨ ਤੋਂ ਵਿਛੋੜਾ ਹੋ ਗਿਆ, ਉਸੇ ਦਿਨ ਤੋਂ ਮੇਰੀ ਇਹ ਮਿੱਟੀ ਵੀ ਕਾਲੀ ਹੋ ਗਈ ਹੈ। ਨਾਨਕ ਮੈਂ ਤਨ ਭੰਗ, ਮੇਰਾ ਪਾਣੀ ਦੇ ਨਾਲੋਂ ਭੰਗ ਦਾ ਅਰਥ ਹੈ ਰੁਕਾਵਟ, ਰੁਕਾਵਟ ਪੈ ਗਈ ਹੈ। ਤੇ ਜਿਸ ਦਾ ਵਿਛੋੜਾ ਹੋ ਜਾਵੇ ਉਸ ਦੇ ਜੀਵਨ ਦੇ ਵਿੱਚ ਦੁੱਖ ਤਾਂ ਆਉਣਾ ਹੀ ਹੈ। ਤੇ ਆਪ ਜੀ ਸਿਆਣੇ ਸੱਜਣ ਹੋ, ਜੇ ਸਰੋਵਰ ਦੇ ਵਿੱਚੋਂ, ਛੱਪੜ ਦੇ ਵਿੱਚੋਂ, ਦਰਿਆ ਦੇ ਵਿੱਚੋਂ ਪਾਣੀ ਸੁੱਕ ਜਾਏ, ਉਸ ਦੀ ਮਿੱਟੀ ਕਾਲੀ ਹੋ ਜਾਂਦੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਖੁਦ ਬਾਣੀ ਉਚਾਰਨ ਕਰ ਰਹੇ ਨੇ, ਤੇ ਇੱਕ ਕਵੀ ਦੀ ਤਰ੍ਹਾਂ, ਇੱਕ ਸ਼ਾਇਰ ਦੀ ਤਰ੍ਹਾਂ ਬੜਾ ਸੁੰਦਰ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ ਕਿ ਉਹ ਅੱਗੋਂ ਸਰੋਵਰ ਕਹਿ ਰਿਹਾ, ਨਾਨਕ ਮੈਂ ਤਨ ਭੰਗ, ਮੈਂ ਜਾਣਦਾ ਹਾਂ, ਮੈਂ ਸਮਝਦਾ, ਮੈਨੂੰ ਪਤਾ ਹੈ ਕਿ ਮੇਰਾ ਪਾਣੀ ਦੇ ਨਾਲੋਂ ਵਿਛੋੜਾ ਹੋ ਗਿਆ। ਜਿਹੜੇ ਪਾਣੀ ਦਾ ਕਰਕੇ ਮੈਨੂੰ ਚੌਗਣਾ ਰੰਗ ਚੜਿਆ ਹੋਇਆ ਸੀ, ਇਹ ਫੁੱਲ ਉੱਗੇ ਹੋਏ ਸਨ, ਇਹ ਹਰਾ ਭਰਾ ਘਾਹ ਸੀ, ਸਾਰਾ ਉੱਜੜ ਗਿਆ। ਜਾਣਾ ਪਾਣੀ ਨਾਲ ਹਾਂ,
ਜੈ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰਫੜੈ, ਚੜ੍ਹੈ ਚਵੱਗਣ ਵਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਸਿੱਖ ਨੂੰ ਸਮਝਾ ਰਹੇ ਨੇ, ਐ ਸਿੱਖ, ਜੇ ਤੇਰੇ ਜੀਵਨ ਦੇ ਵਿੱਚੋਂ ਵੀ ਭਗਤੀ ਦਾ, ਨਾਮ ਦਾ, ਸਿਮਰਨ ਦਾ ਪਾਣੀ ਮੁੱਕ ਗਿਆ ਤੇ ਤੇਰੀ ਹਾਲਤ ਵੀ ਸੱਚ ਜਾਣੀ ਉਹ ਸਰੋਵਰ ਦੀ ਤਰ੍ਹਾਂ ਹੋ ਜਾਵੇਗੀ। ਤੇਰੀ ਇਹ ਜੋ ਮਿੱਟੀ ਹੈ, ਚਮੜੀ ਹੈ, ਇਹ ਵੀ ਕਾਲੀ ਨਜ਼ਰ ਆਏਗੀ। ਕਾਲੀ ਦਾ ਭਾਵ ਇਹ ਨਹੀਂ ਹੈ ਕਿ ਕੋਈ ਕਰੂਪ ਹੋ ਜਾਣਾ। ਕਾਲੀ ਦਾ ਭਾਵ ਇਹ ਹੈ ਕਿ ਪਰਮਾਤਮਾ ਦੇ ਨਾਲੋਂ ਵਿਛੋੜਾ ਹੋ ਜਾਵੇ ਤੇ ਉਸ ਦੇ ਚਿਹਰੇ ਦਾ ਜਿਹੜਾ ਨੂਰ ਹੈ ਉਹ ਚਲਾ ਜਾਂਦਾ ਹੈ। ਜਿਸ ਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਤਿਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ। ਉਸ ਮੂਲ ਦੇ ਨਾਲ ਜੁੜਨਾ ਹਰੇਕ ਮਨੁੱਖ ਦੀ ਇੱਕ ਲੋੜ ਹੈ, ਜ਼ਰੂਰਤ ਹੈ। ਇਹ ਕੋਈ ਸਵਾਰਥ ਨਹੀਂ ਹੈ, ਇੱਕ ਲੋੜ ਹੈ। ਤੇ ਜਿਸ ਚੀਜ਼ ਦੀ ਲੋੜ ਇਸ ਮਨੁੱਖ ਨੂੰ ਭਾਸਦੀ ਹੈ, ਜਾਪਦੀ ਹੈ, ਉਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਇਹ ਯਤਨ ਵੀ ਕਰਦਾ ਹੈ। ਜਿਹੜੀ ਚੀਜ਼ ਦੀ ਕੋਈ ਲੋੜ ਨਹੀਂ, ਕੋਈ ਜ਼ਰੂਰਤ ਨਹੀਂ, ਇਹ ਮਨੁੱਖ ਕਦੇ ਉਦਮ ਵੀ ਨਹੀਂ ਕਰਦਾ। ਉਹ ਮਨੁੱਖ ਵਾਸਤੇ ਕੋਈ ਕੀਮਤ ਨਹੀਂ ਹੋਵੇਗੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਇੱਕ ਓੰਕਾਰ ਨੂੰ ਸਮਝਣਾ, ਉਸ ਨੂੰ ਜਾਣਨਾ, ਉਸ ਦੇ ਨਾਲ ਜੁੜਨਾ ਤੇਰੀ ਇੱਕ ਲੋੜ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਹਿਲੀ ਗੱਲ ਉਹ ਉਸ ਮੂਲ ਦੀ ਕਰਦੇ ਨੇ ਤੇ ਦੂਜੀ ਗੱਲ ਗੁਰੂ ਦੀ ਕਰਦੇ ਨੇ, ਜਿਹੜਾ ਗੁਰੂ ਉਸ ਅਕਾਲ ਪੁਰਖ ਦੇ ਨਾਲ ਜੋੜਨ ਦਾ ਕੰਮ ਕਰਦਾ ਹੈ। ਜਿਸ ਨੂੰ ਮਹਾਰਾਜ ਜੀ ਕਹਿੰਦੇ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗ ਕਾ ਬਸੀਠ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਅਰਬ ਦੀ ਧਰਤੀ 'ਤੇ ਗਏ, ਅਰਬ ਦੇ ਵਿੱਚ ਇੱਕ ਦੇਸ਼ ਹੈ ਜਿਸ ਨੂੰ ਅੱਜ ਕੱਲ੍ਹ ਆਪਾਂ ਇਰਾਕ ਬੋਲਦੇ ਹਾਂ। ਇਰਾਕ ਦੀ ਜਿਹੜੀ ਰਾਜਧਾਨੀ ਹੈ, ਕੈਪੀਟਲ ਹੈ, ਉਸ ਦਾ ਨਾਮ ਬਗਦਾਦ ਹੈ। ਬਗਦਾਦ ਦੇ ਵਿੱਚ ਹਜ਼ੂਰ ਗਏ ਨੇ ਤੇ ਜਿਹੜੀ ਮਹਾਰਾਜ ਜੀ ਦੇ ਨਾਲ ਕਿਸੇ ਫਕੀਰ ਦੀ, ਪੀਰ ਦੀ ਚਰਚਾ ਹੋਈ, ਉਹ ਸਾਰੀ ਘਟਨਾ ਨੂੰ, ਸਾਰੇ ਇਤਿਹਾਸ ਨੂੰ ਇੱਕ ਕਿਤਾਬ ਦੇ ਵਿੱਚ ਮੁਸਲਮਾਨ ਨੇ ਦਰਜ ਕੀਤਾ ਹੈ ਤੇ ਉਸ ਲਿਖਾਰੀ ਦਾ ਨਾਮ ਤਾਜਦੀਨ ਹੈ। ਫਾਰਸੀ ਦੇ ਵਿੱਚ ਇੱਕ ਕਿਤਾਬ ਹੈ ਜਿਸ ਕਿਤਾਬ ਦਾ ਨਾਮ ਹੈ ਸਯਾਤੋ ਵਾ ਬਾਬਾ ਨਾਨਕ। ਪੰਜਾਬੀ ਦੇ ਵਿੱਚ ਇੱਕ ਕਿਤਾਬ ਛਪੀ ਹੈ ਜਿਸ ਦਾ ਨਾਮ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਫ਼ਰਨਾਮਾ। ਜੋ ਬਗਦਾਦ ਦੇ ਵਿੱਚ ਮਹਾਰਾਜ ਅਰਬ ਦੇ ਵਿੱਚ ਜਾਂਦੇ ਨੇ, ਜੋ ਘਟਨਾਕ੍ਰਮ ਉੱਥੇ ਵਰਤਦਾ ਹੈ, ਉਸ ਨੂੰ ਪੰਜਾਬੀ ਦੇ ਵਿੱਚ ਇੱਕ ਮੁਸਲਮਾਨ ਨੇ ਉਲੱਥਾ ਕੀਤਾ ਹੈ, ਟਰਾਂਸਲੇਟ ਕੀਤਾ ਹੈ ਤੇ ਬਾਅਦ ਵਿੱਚ ਉਹ ਸਿੱਖ ਵੀ ਬਣਿਆ। ਪਹਿਲਾ ਨਾਮ ਉਸ ਦਾ ਮੁਸ਼ਤਾਕ ਹੁਸੈਨ ਹੈ ਤੇ ਜਦੋਂ ਉਹ ਸਿੱਖ ਬਣਿਆ ਉਸ ਦਾ ਨਾਮ ਪਿਆ ਸੰਤ ਪ੍ਰਿਥੀਪਾਲ ਸਿੰਘ ਜੀ। ਇਹ ਆਪਾਂ ਪਾਕਿਸਤਾਨ ਦੇ ਵਿੱਚ ਜਦੋਂ ਜਾਂਦੇ ਹਾਂ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਕਸ਼ਮੀਰ ਇਲਾਕਾ ਪੈਂਦਾ ਹੈ, ਕਸ਼ਮੀਰ ਦੇ ਵਿੱਚ ਇੱਕ ਨਗਰ ਹੈ, ਇੱਕ ਪਿੰਡ ਹੈ ਜਿਸ ਦਾ ਨਾਮ ਹੈ ਮੀਰਪੁਰ। ਮੀਰਪੁਰ ਦਾ ਇਹ ਸੱਜਣ ਮੁਸ਼ਤਾਕ ਹੁਸੈਨ ਰਹਿਣ ਵਾਲਾ ਹੈ ਤੇ ਆਪਣੇ ਪਹਿਲੇ ਜੀਵਨ ਦੀ ਘਟਨਾ ਨੂੰ ਦੱਸਦੇ ਹੋਏ ਇਹ ਬਿਆਨ ਕਰਦਾ ਹੈ ਕਿ ਮੈਂ ਜਦੋਂ ਮੁਸਲਮਾਨ ਸਾਂ, ਮੇਰੇ ਅੱਬਾ ਨੇ ਇਹ ਚਾਹਿਆ ਸੀ ਕਿ ਮੈਂ ਕੋਈ ਚੰਗਾ ਕਥਾਵਾਚਕ ਬਣ ਜਾਵਾਂ, ਕੋਈ ਵਿਦਵਾਨ ਬਣ ਜਾਵਾਂ, ਕੋਈ ਮੁੱਲਾ ਬਣ ਜਾਵਾਂ। ਅਤੇ ਉਹਨਾਂ ਨੇ ਮੈਨੂੰ ਪੜ੍ਹਾਈ ਕਰਾਉਣ ਦੇ ਵਾਸਤੇ ਬਗਦਾਦ ਭੇਜਿਆ, ਅਰਬ ਭੇਜਿਆ। ਉੱਥੇ ਜਾ ਕੇ ਲਾਇਬ੍ਰੇਰੀ ਦੇ ਵਿੱਚ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਕਿਤਾਬਾਂ ਨੂੰ ਪੜ੍ਹਦਿਆਂ ਇੱਕ ਕਿਤਾਬ ਮੇਰੇ ਹੱਥ ਲੱਗੀ, ਜਿਸ ਕਿਤਾਬ ਦਾ ਟਾਈਟਲ ਲਿਖਿਆ ਹੋਇਆ ਸੀ ਸਯਾਤੋ ਵਾ ਬਾਬਾ ਨਾਨਕ। ਉਹ ਕਿਤਾਬ ਫਾਰਸੀ ਵਿੱਚ ਸੀ। ਕਹਿਣ ਲੱਗੇ ਉਹ ਕਿਤਾਬ ਨੂੰ ਮੈਂ ਪੜ੍ਹਿਆ ਅਤੇ ਉਸ ਕਿਤਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਾਰਾ ਉਹ ਇਤਿਹਾਸ ਲਿਖਿਆ ਹੋਇਆ ਸੀ, ਜੋ ਅਰਬ ਦੇ ਵਿੱਚ ਮਹਾਰਾਜ ਜੀ ਥਾਂ ਥਾਂ 'ਤੇ ਗਏ ਸਨ। ਅਤੇ ਕਹਿਣ ਲੱਗੇ ਉਹ ਲਿਖਾਰੀ ਦਾ ਨਾਮ ਮੈਨੂੰ ਪਤਾ ਲੱਗਾ, ਉਹ ਤਾਜਦੀਨ ਸੀ ਜਿਸ ਨੇ ਇਹ ਕਿਤਾਬ ਲਿਖੀ ਸੀ। ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਬਗਦਾਦ ਗਏ ਅਤੇ ਬਗਦਾਦ ਹਰ ਰੋਜ਼ ਸੰਗਤ ਹੋਇਆ ਕਰਦੀ ਸੀ, ਕੀਰਤਨ ਹੋਇਆ ਕਰਦਾ ਸੀ। ਅਤੇ ਸੰਗਤ ਦੇ ਵਿੱਚ ਇੱਕ ਬੀਬੀ ਆਉਂਦੀ ਸੀ ਜਿਸ ਦਾ ਨਾਮ ਸੀ ਸਲੀਮਾ। ਸਲੀਮਾ ਨੇ ਦਿਨ ਰਾਤ
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਕਰਨੀ। ਤੇ ਸੰਗਤ ਕਰਦਿਆਂ ਕਰਦਿਆਂ ਕਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਤੂੰ ਬੁਰਕਾ ਪਾ ਕੇ ਆਉਣੀ ਹੈ, ਤੂੰ ਤੇ ਮੁਸਲਮਾਨ ਹੈ। ਮਹਾਰਾਜ ਜੀ ਦੀ ਸੰਗਤ ਕਰਦੀ ਹੈ, ਕੀਰਤਨ ਸੁਣਦੀ ਹੈ, ਪਰ ਬੁਰਕਾ ਪਾ ਕੇ ਬੈਠ ਜਾਂਦੀ ਹੈ। ਪਰ ਅੱਜ ਜਦੋਂ ਘਰ ਵਾਪਸ ਗਈ ਤੇ ਉਸ ਦਾ ਜਿਹੜਾ ਪਤੀ ਹੈ, ਜਿਹੜਾ ਸ਼ੋਹਰ ਹੈ, ਉਸ ਦਾ ਨਾਮ ਹੈ ਯਾਇਆ ਗੁਲਾਮ। ਯਾਇਆ ਗੁਲਾਮ ਇੱਕ ਵਪਾਰੀ ਸੀ ਤੇ ਬਾਹਰ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਜਾ ਕੇ ਵਪਾਰ ਕਰਦਾ ਸੀ। ਉਹ ਮਿਸਰ ਗਿਆ ਹੋਇਆ ਸੀ, ਜਿਸ ਨੂੰ ਅੱਜ ਕੱਲ੍ਹ ਇਜਿਪਟ ਕਿਹਾ ਜਾਂਦਾ। ਮਿਸਰ ਗਿਆ ਹੋਇਆ ਸੀ ਤੇ ਮਿਸਰ ਵਪਾਰ ਕਰਕੇ ਜੇ ਵਾਪਸ ਆਇਆ ਹੀ ਸੀ। ਉਸ ਦੀ ਪਤਨੀ ਨੇ ਸਵਾਲ ਕੀਤਾ ਕਿ ਤੁਸੀਂ ਮਿਸਰ ਗਏ ਹੋਏ ਸੀ, ਤੁਹਾਡੇ ਵਪਾਰ ਦਾ ਕੀ ਬਣਿਆ? ਜਿਹੜਾ ਊਠ ਤੁਹਾਡੇ ਦੇ ਕੋਲੋਂ ਮਰ ਗਿਆ ਸੀ, ਉਸ ਦਾ ਕੀ ਬਣਿਆ? ਜਿਹੜੀਆਂ ਮੋਹਰਾਂ ਤੁਸੀਂ ਘਰੋਂ ਲੈ ਕੇ ਗਏ ਸੀ, ਉਹ ਮੋਹਰਾਂ ਦਾ ਕੀ ਬਣਿਆ? ਕਿਉਂਕਿ ਇਸ ਦਾ ਪਤੀ ਯਾਇਆ ਗੁਲਾਮ ਘਰ ਆਇਆ ਤੇ ਆਂਢ ਗੁਆਂਢ ਦੇ ਲੋਕਾਂ ਨੇ ਉਸਦੇ ਕੰਨ ਭਰੇ, ਬੜੀਆਂ ਚੜ੍ਹਾ ਕੇ ਵਧਾ ਕੇ ਗੱਲਾਂ ਕੀਤੀਆਂ ਕਿ ਤੇਰੀ ਜਿਹੜੀ ਪਤਨੀ ਸਲੀਮਾ ਹੈ, ਉਹ ਹਿੰਦੀ ਫਕੀਰ ਦੀ ਸਰੋਤ ਸੁਣਨ ਵਾਸਤੇ ਜਾਂਦੀ ਹੈ, ਉਸ ਦਾ ਕੀਰਤਨ ਸੁਣਨ ਵਾਸਤੇ ਜਾਂਦੀ ਹੈ। ਉਹ ਇਸਲਾਮ ਨੂੰ ਛੱਡ ਚੁੱਕੀ ਹੈ। ਉਹ ਪਤਾ ਨਹੀਂ ਹਿੰਦੁਸਤਾਨ ਤੋਂ, ਭਾਰਤ ਤੋਂ ਕਿਹੜਾ ਫਕੀਰ ਆਇਆ ਹੋਇਆ, ਪੀਰ ਆਇਆ ਹੋਇਆ, ਤੇ ਉਸ ਦਾ ਕੀਰਤਨ ਰੋਜ਼ਾਨਾ ਰੂਟੀਨ ਦੇ ਨਾਲ ਦਿਨ ਰਾਤ ਸੁਣਨ ਵਾਸਤੇ ਜਾਂਦੀ ਹੈ। ਤੇ ਉਹ ਯਾਇਆ ਗੁਲਾਮ ਬਹੁਤ ਕ੍ਰੋਧ ਦੇ ਵਿੱਚ, ਬਹੁਤ ਗੁੱਸੇ ਦੇ ਵਿੱਚ ਸੀ। ਜਦੋਂ ਆਪਣੀ ਪਤਨੀ ਦੇ ਕੋਲੋਂ ਇਹ ਗੱਲਾਂ ਸੁਣੀਆਂ ਕਿ ਵਪਾਰ ਦਾ ਕੀ ਬਣਿਆ, ਉਹਨਾਂ ਮੋਹਰਾਂ ਦਾ ਕੀ ਬਣਿਆ ਜਿਹੜੀਆਂ ਘਰੋਂ ਲੈ ਕੇ ਗਏ ਸਨ, ਤੇ ਉਸ ਊਠ ਦਾ ਕੀ ਬਣਿਆ ਜਿਹੜਾ ਤੁਹਾਡੇ ਕੋਲੋਂ ਮਰ ਗਿਆ ਸੀ, ਇੱਕਦਮ ਹੈਰਾਨ ਹੋਇਆ ਕਿ ਕਹਿਣ ਲੱਗਾ ਕਿ ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਇਜਿਪਟ ਦੇ ਵਿੱਚ, ਮਿਸਰ ਦੇ ਵਿੱਚ ਮੇਰੇ ਕੋਲੋਂ ਊਠ ਮਰ ਗਿਆ ਸੀ? ਤੈਨੂੰ ਕਿਵੇਂ ਪਤਾ ਲੱਗਾ ਕਿ ਮੈਂ ਘਰ ਮੋਹਰਾਂ ਲੈਣ ਵਾਸਤੇ ਆਇਆ ਸਾਂ? ਕਹਿਣ ਲੱਗੇ ਮੈਨੂੰ ਸਾਰਾ ਪਤਾ ਲੱਗ ਗਿਆ ਹੈ। ਜਿਹੜੇ ਫਕੀਰ ਦੀ ਮੈਂ ਸੰਗਤ ਕਰਦੀ ਹਾਂ, ਇਹ ਸਾਰਾ ਫਜ਼ਲ ਉਸੇ ਦਾ ਹੈ। ਫਿਰ ਕਹਿਣ ਲੱਗਾ ਕਿ ਮੈਂ ਮਿਸਰ ਗਿਆ ਸਾਂ ਵਪਾਰ ਕਰਨ ਵਾਸਤੇ, ਤੇ ਰਸਤੇ ਦੇ ਵਿੱਚ ਮੈਨੂੰ ਇੱਕ ਊਠ ਮਿਲਿਆ, ਤੇ ਉਹ ਮੇਰਾ ਜਿਹੜਾ ਊਠ ਸੀ ਉਹ ਕਿਸੇ ਕਿਸਾਨ ਦੀ ਪੈਲੀ ਦੇ ਵਿੱਚ ਚਾਰਾ ਚਰਨ ਦੇ ਵਾਸਤੇ ਚਲਾ ਗਿਆ। ਤੇ ਜਿਹੜਾ ਉਸ ਖੇਤ ਦਾ ਮਾਲਕ ਸੀ, ਉਸ ਮਾਲਕ ਨੂੰ ਗੁੱਸਾ ਆਇਆ, ਕ੍ਰੋਧ ਆਇਆ ਕਿ ਜਿਹੜਾ ਤੇਰਾ ਇਹ ਊਠ ਹੈ, ਮੇਰੇ ਖੇਤ ਦੇ ਵਿੱਚ ਆ ਕੇ ਮੇਰੀ ਫਸਲ ਖਰਾਬ ਕਰ ਰਿਹਾ। ਉਸਨੇ ਪੱਥਰ ਚੁੱਕਿਆ, ਰੋੜਾ ਚੁੱਕਿਆ, ਤੇ ਰੋੜੇ ਦੇ ਨਾਲ ਮੇਰੇ ਊਠ ਨੂੰ ਮਾਰਿਆ। ਟਿਕਾਣੇ ਲੱਗਾ ਉਹ ਪੱਥਰ, ਸਿਰ ਦੇ ਵਿੱਚ ਵੱਜ ਗਿਆ, ਤੇ ਮੇਰਾ ਉਹ ਜਿਹੜਾ ਊਠ ਸੀ ਉੱਥੇ ਹੀ ਮਰ ਗਿਆ, ਡਿੱਗ ਪਿਆ। ਤੇ ਇੱਕ ਵਪਾਰੀ ਦੇ ਵਾਸਤੇ, ਜੋ ਊਠ ਤੇ ਵਪਾਰ ਕਰਦੇ, ਸਭ ਤੋਂ ਪਿਆਰੀ ਚੀਜ਼ ਉਸ ਦੇ ਵਾਸਤੇ ਊਠ ਹੀ ਹੈ। ਕਹਿਣ ਲੱਗਾ ਮੈਨੂੰ ਵੀ ਬੜਾ ਗੁੱਸਾ ਆਇਆ, ਕ੍ਰੋਧ ਆਇਆ। ਮੈਂ ਉਹੀ ਪੱਥਰ ਚੁੱਕਿਆ ਤੇ ਉਹ ਪੱਥਰ ਫੜ ਕੇ ਉਸ ਬੰਦੇ ਦੇ ਮਾਰਿਆ ਜਿਸ ਨੇ ਮੇਰਾ ਊਠ ਮਾਰ ਦਿੱਤਾ ਸੀ। ਉਸ ਬੰਦੇ ਦੀ ਵੀ ਮੌਤ ਹੋ ਗਈ। ਤੇ ਕਹਿਣ ਲੱਗੇ ਮਿਸਰ ਦੇ ਵਿੱਚ ਮੇਰੇ ਉੱਤੇ ਮੁਕੱਦਮਾ ਚੱਲਿਆ, ਕੇਸ ਚੱਲਿਆ, ਤੇ ਇਹ ਫੈਸਲਾ ਹੋਇਆ, ਉਹ ਪਰਿਵਾਰ ਨੇ ਇਹ ਕਿਹਾ ਕਿ ਇਹਦੇ ਕੋਲ ਦੋ ਗੱਲਾਂ ਨੇ, ਜਾਂ ਤਾਂ ਇਸ ਦੇ ਬਦਲੇ ਇਸ ਦੀ ਮੌਤ ਹੋਵੇ, ਜਾਂ ਤਾਂ ਇਹ ਜਿਹੜਾ ਸਾਡਾ ਇਹ ਬੰਦਾ ਮਾਰਿਆ, ਇਸ ਦੇ ਬਦਲੇ ਸੋਨੇ ਦੀਆਂ ਮੋਹਰਾਂ ਦੇ ਦੇ। ਕਹਿਣ ਲੱਗਾ ਕਿ ਮੈਂ ਮੋਹਰਾਂ ਤੁਹਾਨੂੰ ਦੇ ਸਕਦਾ, ਪਰ ਇਸ ਵਕਤ ਮੇਰੇ ਕੋਲ ਮੋਹਰਾਂ ਨਹੀਂ, ਮੈਨੂੰ ਵਾਪਸ ਆਪਣੇ ਦੇਸ਼ ਜਾਣਾ ਪਵੇਗਾ, ਤੇ ਮੈਂ ਤੁਹਾਨੂੰ ਮੋਹਰਾਂ ਲਿਆ ਕੇ ਜ਼ਰੂਰ ਦੇ ਦੇਵਾਂਗਾ। ਪਰ ਕਹਿਣ ਲੱਗੇ ਤੇਰਾ ਕੀ ਭਰੋਸਾ, ਤੇਰਾ ਕੀ ਯਕੀਨ ਕਿ ਮੋਹਰਾਂ ਵਾਪਸ ਲੈ ਕੇ ਤੂੰ ਆਵੇਂ ਜਾਂ ਨਾ ਆਵੇਂ? ਫਿਰ ਕਹਿਣ ਲੱਗੇ ਇੱਕ ਬੰਦਾ ਆਇਆ, ਕਹਿਣ ਲੱਗਾ ਜਿੰਨਾ ਚਿਰ ਤੱਕ ਤੂੰ ਇਸ ਧਰਤੀ ਨੂੰ ਛੱਡ ਕੇ ਆਪਣੇ ਦੇਸ਼ ਜਾ ਰਿਹਾ, ਮੈਂ ਤੇਰਾ ਵਿਚੋਲਾ ਬਣਾਂਗਾ, ਤੇਰਾ ਜਾਮਨ ਬਣਾਂਗਾ, ਪਰ ਸਮੇਂ 'ਤੇ ਤੂੰ ਆ ਜਾਵੀਂ। ਤੂੰ ਕਦੇ ਮੇਰੀ ਹੇਠੀ ਨਾ ਕਰਾਈ, ਮੇਰੇ ਸਿਰ ਨੂੰ ਝੁਕਾਈ ਨਾ। ਕਹਿਣ ਲੱਗੇ ਉਹ ਯਾਇਆ ਗੁਲਾਮ ਆਪਣੇ ਵਾਪਸ ਦੇਸ਼ ਆਇਆ ਤੇ ਮੋਹਰਾਂ ਲੈ ਕੇ ਅਜੇ ਜਾ ਰਿਹਾ ਸੀ, ਤੇ ਕਚਹਿਰੀ ਦੇ ਵਿੱਚੋਂ ਆਵਾਜ਼ ਆ ਰਹੀ ਸੀ ਕਿ ਜਿਸ ਬੰਦੇ ਦਾ ਤੂੰ ਜਾਮਨ ਬਣਿਆ, ਤੈਨੂੰ ਭਰੋਸਾ ਹੈ ਉਹ ਬੰਦਾ ਆਵੇਗਾ। ਤੇ ਅੱਗੋਂ ਜਾਮਨ ਆਪਣੀ ਜ਼ੁਬਾਨ ਤੋਂ ਮੁਖਾਰ ਬਿਨ ਤੋਂ ਕਹਿ ਰਿਹਾ ਸੀ, ਜਿਸ ਬੰਦੇ ਦਾ ਜਾਮਨ ਮੈਂ ਬਣ ਜਾਵਾਂ, ਸੱਚ ਜਾਣੀ
ਉਹ ਬੰਦਾ ਕਦੇ ਮੁੱਕਰਦਾ ਨਹੀਂ, ਉਹ ਬੰਦਾ ਕਦੇ ਝੂਠਾ ਨਹੀਂ ਹੁੰਦਾ, ਉਹ ਬੰਦਾ ਕਦੇ ਧੋਖਾ ਨਹੀਂ ਕਰਦਾ, ਛਲ ਨਹੀਂ ਕਰਦਾ, ਕਪਟ ਨਹੀਂ ਕਰਦਾ। ਮੈਨੂੰ ਭਰੋਸਾ ਹੈ ਉਹ ਜ਼ਰੂਰ ਆਵੇਗਾ। ਯਾਹਿਆ ਗੁਲਾਮ ਆਪਣੇ ਦੇਸ਼ ਤੋਂ ਵਾਪਸ ਪਰਤ ਕੇ ਮਿਸਰ ਗਿਆ ਅਤੇ ਉਹ ਮੋਹਰਾਂ ਜਦੋਂ ਕਚਹਿਰੀ ਦੇ ਵਿੱਚ ਸਾਹਮਣੇ ਰੱਖੀਆਂ, ਲਿਖਤ ਪੜ੍ਹਤ ਹੋਈ, ਹਿਸਾਬ ਕਿਤਾਬ ਹੋਇਆ, ਕੇਸ ਖਾਰਜ ਹੋਣ ਲੱਗਾ ਸੀ। ਅਤੇ ਜਿਹੜਾ ਯਾਹਿਆ ਗੁਲਾਮ ਦਾ ਜਾਮਨ ਬਣਿਆ ਸੀ, ਵਿਚੋਲਾ ਬਣਿਆ ਸੀ, ਗਵਾਹ ਬਣਿਆ ਸੀ, ਉਹ ਕਚਹਿਰੀ ਦੇ ਵਿੱਚੋਂ ਚਲਾ ਗਿਆ। ਯਾਹਿਆ ਗੁਲਾਮ ਵੇਖ ਰਿਹਾ ਸੀ ਜਿਹੜਾ ਜਾਮਨ ਬਣਿਆ, ਨਾ ਤੇ ਮੈਂ ਉਸ ਜਾਮਨ ਨੂੰ ਜਾਣਦਾ, ਨਾ ਉਹ ਪਹਿਲਾਂ ਕਦੇ ਮੇਰੇ ਨਾਲ ਮਿਲਿਆ ਹੈ। ਪਤਾ ਨਹੀਂ ਕਿਹੜਾ ਗਵਾਹ ਸੀ ਜਿਸ ਨੇ ਆ ਕੇ ਮੇਰੀ ਜਾਮਨੀ ਦਿੱਤੀ, ਜਾਮਨ ਬਣ ਗਿਆ। ਅਤੇ ਉਹ ਕਹਿਣ ਲੱਗਾ ਮੈਂ ਲੱਭਣ ਵਾਸਤੇ ਜਦੋਂ ਅਦਾਲਤ ਵਿੱਚੋਂ ਬਾਹਰ ਨਿਕਲਿਆ, ਮੈਂ ਵੇਖਦਾ ਰਿਹਾ ਪਰ ਉਹ ਮੈਨੂੰ ਜਾਮਨ ਨਹੀਂ ਮਿਲਿਆ। ਘਰ ਆਇਆ ਅਤੇ ਘਰ ਆ ਕੇ ਆਂਢ ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਜਿਹੜੀ ਤੇਰੀ ਪਤਨੀ ਸਲੀਮਾ ਹੈ, ਉਹ ਪਤਾ ਨਹੀਂ ਹਿੰਦੀ ਫਕੀਰ ਦੀ ਸੰਗਤ ਕਰਨ ਵਾਸਤੇ ਜਾਂਦੀ ਹੈ ਅਤੇ ਦਿਨ ਰਾਤ ਉਹ ਵੇਖਦੀ ਨਹੀਂ ਕਿ ਸਮਾਂ ਕੀ ਹੈ, ਅਤੇ ਬਿਨਾਂ ਸਮੇਂ ਤੋਂ ਹੀ ਘਰੋਂ ਚੱਲ ਪੈਂਦੀ ਹੈ, ਉੱਥੇ ਜਾ ਕੇ ਸਰੋਤ ਸੁਣਦੀ ਹੈ, ਕੀਰਤਨ ਸੁਣਦੀ ਹੈ। ਕਹਿਣ ਲੱਗਾ ਮੈਂ ਬੜਾ ਗੁੱਸੇ ਵਿੱਚ ਸਾਂ, ਪਰ ਜਦੋਂ ਤੇਰੇ ਸ਼ਬਦ ਸੁਣੇ ਅਤੇ ਤੇਰੇ ਸ਼ਬਦ ਸੁਣ ਕੇ ਅੰਦਰਲਾ ਜਿਹੜਾ ਕ੍ਰੋਧ ਸੀ, ਗੁੱਸਾ ਸੀ, ਉਹ ਖਤਮ ਹੋ ਗਿਆ। ਖੈਰ ਰਾਤ ਪਈ, ਦਿਨ ਦਾ ਵਕਤ ਹੋਇਆ ਅਤੇ ਜਿਹੜੀ ਸਲੀਮਾ ਸੀ ਰੋਜ਼ ਰੂਟੀਨ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਕਰਦੀ ਸੀ। ਜਦੋਂ ਪ੍ਰਭਾਤ ਵੇਲੇ ਘਰੋਂ ਚੱਲ ਕੇ ਜਾਣ ਲੱਗੀ ਅਤੇ ਆਪਣੇ ਪਤੀ ਯਾਹਿਆ ਗੁਲਾਮ ਨੂੰ ਕਹਿੰਦੀ ਹੈ ਕਿ ਮੇਰੀ ਇੱਕ ਗੱਲ ਤੁਸੀਂ ਮੰਨੋਗੇ? ਕਹਿਣ ਲੱਗਾ ਕਿਹੜੀ? ਅੱਗੋਂ ਸਲੀਮਾ ਕਹਿੰਦੀ ਹੈ ਕਿ ਉਹ ਜਿਹੜਾ ਹਿੰਦੀ ਪੀਰ ਆਇਆ ਹੋਇਆ, ਮੈਂ ਸੰਗਤ ਕਰਨ ਜਾਣੀ, ਕੀ ਤੁਸੀਂ ਵੀ ਸੰਗਤ ਕਰਨ ਵਾਸਤੇ ਜਾਓਗੇ? ਯਾਹਿਆ ਗੁਲਾਮ ਨੇ ਬੋਲਿਆ ਨਹੀਂ, ਤੁਰ ਪਿਆ। ਪਰ ਜਦੋਂ ਸੰਗਤ ਵਿੱਚ ਗਿਆ ਕੁਝ ਨਜ਼ਰ ਨਹੀਂ ਸੀ ਆ ਰਿਹਾ ਕਿ ਫਕੀਰਾਂ ਦਾ ਚਿਹਰਾ ਕਿਸ ਤਰ੍ਹਾਂ ਦਾ ਹੈ, ਇਹਨਾਂ ਦਾ ਰੂਪ ਰੰਗ ਕਿਸ ਤਰ੍ਹਾਂ ਦਾ ਨਜ਼ਰ ਨਹੀਂ ਆ ਰਿਹਾ। ਸੰਗਤ ਕਰਦਿਆਂ ਕਰਦਿਆਂ ਪ੍ਰਭਾਤ ਵੇਲੇ ਤੋਂ ਬਾਅਦ ਲੋ ਲੱਗੀ, ਚਾਨਣਾ ਹੋਇਆ, ਰੌਸ਼ਨੀ ਹੋਈ ਅਤੇ ਸਾਹਮਣੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਚਿਹਰਾ ਵੇਖਿਆ, ਭਾਈ ਮਰਦਾਨਾ ਜੀ ਦਾ ਚਿਹਰਾ ਵੇਖਿਆ, ਇਹ ਯਾਹਿਆ ਗੁਲਾਮ ਵੇਖ ਕੇ ਕਹਿੰਦਾ ਹੈ ਸਲੀਮਾ ਇਹ ਉਹੀ ਜਾਮਨ ਹੈ ਜਿਹੜਾ ਮਿਸਰ ਦੇ ਵਿੱਚ ਮੇਰਾ ਜਾਮਨ ਬਣਿਆ ਸੀ, ਮੇਰਾ ਗਵਾਹ ਬਣਿਆ ਸੀ। ਅਤੇ ਸਲੀਮਾ ਕਹਿਣ ਲੱਗੀ ਮੈਨੂੰ ਤਾਂ ਪਹਿਲਾਂ ਹੀ ਭਰੋਸਾ ਸੀ ਇਹ ਉਹ ਜਾਮਨ ਹੈ ਜਿਹੜਾ ਸੰਸਾਰ ਦੇ ਵਿੱਚ ਹੀ ਜਾਮਨ ਨਹੀਂ ਬਣਦਾ, ਉਸ ਪ੍ਰਭੂ ਦੀ ਦਰਗਾਹ ਦੇ ਵਿੱਚ, ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਵੀ ਇਹ ਜਾਮਨ ਬਣ ਜਾਂਦਾ ਹੈ। ਇਸੇ ਕਰਕੇ ਤਾਂ ਆਪਾਂ ਇਹ ਸ਼ਬਦ ਪੜ੍ਹਿਆ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗ ਕਾ ਬਸੀਠ। ਪਹਿਲੀ ਗੱਲ ਆਪਾਂ ਇਹ ਵਿਚਾਰੀ ਹੈ, ਉਹ ਪਰਮਾਤਮਾ ਹਰੇਕ ਇਨਸਾਨ ਦਾ, ਹਰੇਕ ਜੀਵ ਦਾ ਮੂਲ ਹੈ। ਦੂਜੀ ਗੱਲ ਕਿ ਮੂਲ ਤੱਕ ਪਹੁੰਚਣ ਦੇ ਵਾਸਤੇ ਸਤਿਗੁਰੂ ਜੀਵਨ ਦੇ ਵਿੱਚ ਹੋਣਾ ਜ਼ਰੂਰੀ ਹੈ, ਲਾਜ਼ਮੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਵਕਤ ਭਾਈ ਭਗੀਰਥ ਜੀ ਨੂੰ ਸੁਲਤਾਨਪੁਰ ਦੀ ਧਰਤੀ ਤੋਂ ਲਾਹੌਰ ਸੌਦਾ ਲੈਣ ਵਾਸਤੇ, ਸਮਾਨ ਲੈਣ ਵਾਸਤੇ ਭੇਜਦੇ ਨੇ, ਅਤੇ ਉਹਨਾਂ ਦਾ ਜਿਹੜਾ ਮਿਲਾਪ ਹੈ ਭਾਈ ਮਨਸੁਖ ਜੀ ਦੇ ਨਾਲ ਹੁੰਦਾ ਹੈ। ਭਾਈ ਮਨਸੁਖ ਜੀ ਇੱਕ ਵੱਡੇ ਵਪਾਰੀ ਨੇ ਅਤੇ ਕੇਵਲ ਭਾਰਤ ਦੇ ਵਿੱਚ ਹੀ ਵਪਾਰ ਨਹੀਂ ਕਰਦੇ, ਸਗੋਂ ਭਾਰਤ ਤੋਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਵੀ ਵਪਾਰ ਕਰਦੇ ਨੇ। ਬਹੁਤ ਵੱਡੇ ਪੱਧਰ 'ਤੇ, ਉੱਚੇ ਲੈਵਲ 'ਤੇ ਉਹ ਵਪਾਰ ਕਰਦੇ ਨੇ। ਅੱਜ ਜਦੋਂ ਭਾਰਤ ਤੋਂ ਚੱਲ ਕੇ ਵਪਾਰ ਕਰਦੇ ਕਰਦੇ ਅੱਜ ਸਿੰਗਲਾ ਦੀਪ ਪਹੁੰਚੇ ਅਤੇ ਭਾਈ ਭਗੀਰਥ ਜੀ ਦੀ ਸੰਗਤ ਦੇ ਨਾਲ ਭਾਈ ਮਨਸੁਖ ਜੀ ਦੇ ਉੱਤੇ ਨਾਮ ਦਾ ਰੰਗ ਲੱਗ ਚੁੱਕਾ ਸੀ। ਗੁਰੂ ਨਾਨਕ ਸਾਹਿਬ ਜੀ ਦੇ ਸ਼ਰਧਾਲੂ ਬਣ ਚੁੱਕੇ ਸਨ। ਪਹਿਲਾਂ ਇਹ ਸਮਝਦੇ ਸਨ ਕਿ ਜਿਹੜੇ ਇਹ ਧਾਰਮਿਕ ਲੋਕ ਹੁੰਦੇ ਨੇ ਕੇਵਲ ਦਿਖਾਵਾ ਕਰਦੇ ਨੇ, ਦੂਜੇ ਲੋਕਾਂ ਨੂੰ ਕੁਰਾਹੇ ਪਾ ਕੇ ਠੱਗਦੇ ਨੇ। ਪਰ ਜਦੋਂ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗ੍ਰਸਤੀ ਨੇ, ਖੁਦ ਕਿਰਤਕਾਰ ਕਰਦੇ ਨੇ, ਗਰੀਬਾਂ ਦੀ ਬਾਂਹ ਫੜਨ ਵਾਲੇ ਨੇ, ਵੰਡ ਛਕਣ ਦਾ ਉਪਦੇਸ਼ ਦੇਣ ਵਾਲੇ ਨੇ, ਕਹਿਣ ਲੱਗੇ ਦੁਨੀਆ ਦੇ ਵਿੱਚ ਧਾਰਮਿਕ ਬੰਦੇ ਬਹੁਤ ਵੇਖੇ, ਭੇਖੀ ਬਹੁਤ ਵੇਖੇ,
ਉਪਦੇਸ਼ ਕਰਨ ਵਾਲੇ ਬਹੁਤ ਵੇਖੇ, ਪਰ ਪਹਿਲਾ ਇਸ ਤਰ੍ਹਾਂ ਦਾ ਰਹਿਬਰ ਵੇਖਿਆ, ਇਸ ਤਰ੍ਹਾਂ ਦਾ ਸਤਿਗੁਰੂ ਵੇਖਿਆ ਹੈ ਜਿਹੜਾ ਕੇਵਲ ਗੱਲਾਂ ਨਹੀਂ ਕਰਦਾ, ਜੀਵਨ ਵੀ ਉਸਦਾ ਉਸੇ ਤਰ੍ਹਾਂ ਦਾ ਜੋ ਉਹ ਬੋਲਦਾ ਹੈ। ਕਹਿਣ ਲੱਗਾ ਕਿ ਵਪਾਰ ਕਰਦਾ ਕਰਦਾ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖਿਆ ਨੂੰ ਜ਼ਰੂਰ ਯਾਦ ਰੱਖਾਂਗਾ। ਉਹ ਭਾਈ ਮਨਸੁਖ ਜਦੋਂ ਵਪਾਰ ਕਰਦਾ ਕਰਦਾ ਸਿੰਗਲਾ ਦੀਪ ਪਹੁੰਚਿਆ, ਜਿਸ ਨੂੰ ਅੱਜ ਕੱਲ੍ਹ ਆਪਾਂ ਸ਼੍ਰੀਲੰਕਾ ਬੋਲਦੇ ਹਾਂ। ਸ਼੍ਰੀਲੰਕਾ ਦੇ ਵਿੱਚ ਇੱਕ ਟਾਪੂ ਹੈ ਜਿਸ ਦਾ ਨਾਮ ਹੈ ਮਟੀਆ ਕਲਮ, ਅਤੇ ਜਿਹੜਾ ਛੋਟਾ ਉਸਦਾ ਨਾਮ ਹੈ, ਸੰਖੇਪ ਰੂਪ ਹੈ ਉਸਦਾ ਨਾਮ ਮਟਾਲਾ ਹੈ। ਅਤੇ ਉਸ ਟਾਪੂ ਦਾ ਜਿਹੜਾ ਰਾਜਾ ਹੈ, ਉਸ ਰਾਜੇ ਦਾ ਨਾਮ ਹੈ ਰਾਜਾ ਸ਼ਿਵਨਾਭ। ਰਾਜੇ ਸ਼ਿਵਨਾਭ ਦੇ ਨਾਲ ਭਾਈ ਮਨਸੁਖ ਜਾ ਕੇ ਵਪਾਰ ਕਰਦਾ। ਵਪਾਰ ਦੀਆਂ ਗੱਲਾਂ ਕਰਦਿਆਂ ਕਰਦਿਆਂ ਕਈ ਵਾਰ ਉਹ ਆਪਣੇ ਧਰਮ ਦੀਆਂ ਗੱਲਾਂ ਕਰਨ ਲੱਗ ਪੈਂਦਾ। ਅਤੇ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿ ਜੇ 2 ਘੰਟੇ ਕੋਈ ਬੰਦਾ ਕਿਸੇ ਨੂੰ ਮਿਲਿਆ ਹੋਵੇ ਅਤੇ ਵਪਾਰ ਦੀਆਂ ਗੱਲਾਂ ਹੁੰਦੀਆਂ ਰਹਿਣ। ਵਪਾਰ ਦੀਆਂ ਗੱਲਾਂ 10-15 ਮਿੰਟ ਹੁੰਦੀਆਂ ਨੇ, ਬਾਅਦ ਦੇ ਵਿੱਚ ਨਿੱਜੀ ਜੀਵਨ ਦੀਆਂ ਗੱਲਾਂ ਹੋਣ ਲੱਗ ਪੈਂਦੀਆਂ ਨੇ। ਭਾਈ ਮਨਸੁਖ ਜੀ ਆਪਣੇ ਨਿੱਜੀ ਜੀਵਨ ਦੀ ਗੱਲ ਕਰਦੇ ਕਰਦੇ ਆਪਣੇ ਬਾਰੇ ਦੱਸ ਰਹੇ ਸਨ ਕਿ ਮੈਂ ਪਹਿਲਾਂ ਪੱਕਾ ਨਾਸਤਿਕ ਸਾਂ, ਨਾ ਪਰਮਾਤਮਾ ਨੂੰ ਮੰਨਦਾ ਸਾਂ, ਨਾ ਕਿਸੇ ਰਹਿਬਰ ਨੂੰ, ਗੁਰੂ ਨੂੰ ਮੰਨਦਾ ਸਾਂ। ਪਰ ਅੱਜ ਸੱਚਮੁੱਚ ਮੈਨੂੰ ਯਕੀਨ ਆ ਗਿਆ, ਭਰੋਸਾ ਆ ਗਿਆ ਕਿ ਮੈਂ ਪਹਿਲਾਂ ਕੁਰਾਹੇ ਪਿਆ ਹੋਇਆ ਸਾਂ, ਨਿਗੁਰਾ ਸਾਂ। ਅਤੇ ਕਹਿਣ ਲੱਗਾ ਅੱਜ ਮੈਂ ਪਹਿਲਾਂ ਇਸ ਤਰ੍ਹਾਂ ਦਾ ਸਤਿਗੁਰੂ ਵੇਖਿਆ ਹੈ ਜੋ ਦਿਖਾਵਾ ਨਹੀਂ ਕਰਦਾ। ਅਤੇ ਭਾਈ ਮਨਸੁਖ ਜੀ ਦੇ ਜਦੋਂ ਮੁਖ ਤੋਂ ਇਹ ਗੱਲਾਂ ਰਾਜਾ ਸ਼ਿਵਨਾਭ ਸੁਣਦਾ ਹੈ, ਅਤੇ ਰਾਜਾ ਸ਼ਿਵਨਾਭ ਸੁਣ ਕੇ ਇੰਨਾ ਕੁ ਖੁਸ਼ ਪ੍ਰਸੰਨ ਹੁੰਦਾ ਹੈ। ਕਹਿਣ ਲੱਗਾ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਇਹ ਹੈ ਕਿ ਪਰਮਾਤਮਾ ਨੂੰ ਮਿਲਣਾ ਸਾਡਾ ਮਨੋਰਥ ਹੈ, ਮਕਸਦ ਹੈ, ਅਤੇ ਰਾਜ ਪਾਟ ਨੂੰ ਕੀ ਕਰਨਾ ਹੈ, ਇਹ ਦਾਸ ਦਾਸੀਆਂ ਨੂੰ ਕੀ ਕਰਨਾ ਹੈ, ਇਹ ਜੋ ਸਾਰੇ ਪਦਾਰਥ ਨੇ ਇਹਨਾਂ ਨੂੰ ਛੱਡ ਦੇਵਾਂਗਾ, ਘਰ-ਬਾਰ ਤਿਆਗ ਕੇ ਜੰਗਲ ਨੂੰ ਚਲਾ ਜਾਵਾਂਗਾ। ਅਤੇ ਭਾਈ ਮਨਸੁਖ ਜੀ ਕਹਿੰਦੇ ਨੇ ਖਬਰਦਾਰ, ਜੇ ਘਰ ਨੂੰ ਛੱਡਿਆ, ਜੇ ਇਹਨਾਂ ਦਾਸ ਦਾਸੀਆਂ ਨੂੰ ਤਿਆਗਿਆ, ਜੇ ਰਾਜ ਨੂੰ ਛੱਡ ਕੇ ਜੰਗਲ ਨੂੰ ਚਲੇ ਗਏ, ਕਿਉਂਕਿ ਜੇ ਘਰ ਨੂੰ ਛੱਡ ਕੇ, ਗ੍ਰਸਥ ਨੂੰ ਛੱਡ ਕੇ ਜੇ ਬਾਹਰ ਜਾਓਗੇ ਤਾਂ ਉਹ ਸਤਿਗੁਰੂ ਕਦੇ ਕਬੂਲ ਨਹੀਂ ਕਰਨਗੇ ਜਿਹੜੇ ਸਤਿਗੁਰੂ ਨੂੰ ਤੁਸੀਂ ਮਿਲਣਾ ਹੈ, ਜਿਸ ਨੂੰ ਆਪਣਾ ਗੁਰੂ ਧਾਰਨ ਕਰਨਾ ਹੈ। ਉਹ ਸਤਿਗੁਰੂ ਤਾਂ ਇਹ ਕਹਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਇਸ ਸੰਸਾਰ